ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕ ਅਤੇ ਸੂਝਵਾਨ ਸਰੋਤਿਆਂ ਨੂੰ ਗੁਰਚਰਨਜੀਤ ਸਿੰਘ ਲਾਂਬਾ ਵੱਲੋਂ ਜੀ ਆਇਆਂ ਨੂੰ ਇੱਕ ਹੋਰ ਪ੍ਰੋਗਰਾਮ ਦੀ ਲੜੀ ਵਿੱਚ ਆਪ ਦੀ ਸੇਵਾ ਵਿੱਚ ਹਾਜ਼ਰ ਹਾਂ। ਦਰਅਸਲ ਜਿਸ ਤਰ੍ਹਾਂ ਆਪ ਜੀ ਨੂੰ ਕੱਲ੍ਹ ਦੱਸਿਆ ਸੀ ਕਿ ਉਹ ਜਿਹੜੀ ਘਟਨਾ ਜਿਸ ਨੇ ਸਾਰੀ ਦੁਨੀਆ ਨੂੰ ਦਹਿਲਾ ਕੇ ਰੱਖ ਦਿੱਤਾ ਹੈ, ਜਿਸ ਨੇ ਜ਼ੁਲਮ ਤਸ਼ੱਦਦ ਦੀ ਇੰਤਹਾ ਕਰ ਦਿੱਤੀ ਹੈ, ਪਰ ਉਸ ਨਾਲ ਇੱਕ ਗੱਲ ਇਹ ਹੋਈ ਹੈ ਕਿ ਇਹ ਗੱਲ ਚਰਚਾ ਦਾ ਵਿਸ਼ਾ ਵੀ ਬਣੀ ਹੈ। ਨਹੀਂ ਤਾਂ ਜਿਵੇਂ ਕਿਹਾ ਜਾਂਦਾ ਸੀ ਕਿ ਅੰਦਰੋਂ ਅੰਦਰ ਭਾਵੇਂ ਉਹ ਧਾਰਮਿਕ ਆਗੂ ਹੋਣ, ਭਾਵੇਂ ਉਹ ਪੁਲਿਸ ਹੋਏ, ਭਾਵੇਂ ਉਹ ਐਡਮਿਨਿਸਟ੍ਰੇਸ਼ਨ ਹੋਏ, ਅੰਦਰੋਂ ਅੰਦਰ ਹੀ ਮੁੱਕ ਮਕਈਆਂ ਹੋ ਜਾਂਦੀ ਸੀ। ਕਾਰਨ ਭਾਵੇਂ ਜੋ ਵੀ ਹੋਣ, ਪਰ ਇਸ ਨੇ ਇਸ ਗੱਲ ਨੂੰ ਇਤਨਾ ਉਜਾਗਰ ਕਰ ਦਿੱਤਾ ਹੈ। ਹੁਣ ਇਹ ਤਾਂ ਸਮਾਂ ਹੀ ਦੱਸੇਗਾ ਕਿ ਇਸ ਦੇ ਸਾਰਥਕ ਜਾਂ ਨਿਰਰਥਕ, ਹਾਂ ਪੱਖੀ ਜਾਂ ਨਾ ਪੱਖੀ, ਇਸ ਦੇ ਕੀ ਅੰਜਾਮ ਹੋਣਗੇ, ਇਸ ਦਾ ਕੀ ਨਤੀਜਾ ਨਿਕਲੇਗਾ। ਪਰ ਇੱਕ ਗੱਲ ਤਾਂ ਯਕੀਨਨ ਹੈ ਕਿ ਹਰ ਕਿਸੇ ਨੂੰ, ਭਾਵੇਂ ਉਹ ਕਿਸੇ ਸੰਸਥਾ ਦਾ ਹੋਏ, ਭਾਵੇਂ ਉਹ ਧਾਰਮਿਕ ਆਗੂ ਹੋਣ, ਭਾਵੇਂ ਉਹ ਗॉडਮੈਨ ਬਣੇ ਹੋਏ ਜਿਹੜੇ ਆਪਣੇ ਆਪ ਨੂੰ ਧਾਰਮਿਕ ਅਖਵਾਉਂਦੇ ਹਨ, ਉਹ ਗੁਰੂ ਬਣੇ ਹੋਏ ਹੋਣ ਜਾਂ ਰਾਜਨੀਤਿਕ ਹੋਣ, ਭਾਵੇਂ ਧੁਰ ਖੱਬੇ ਪੱਖੀ ਹੋਣ ਜਾਂ ਬਿਲਕੁਲ ਖੱਪ ਪੰਚਾਇਤ ਵਰਗੇ ਇੱਕਦਮ ਆਪਣੇ ਆਪ ਨੂੰ ਟ੍ਰੈਡੀਸ਼ਨਲਿਸਟ ਕਹਿਣ ਵਾਲੇ ਹੋਣ, ਭਾਵੇਂ ਉਹ ਰਾਈਟਰ ਹੋਣ, ਕੋਈ ਵੀ ਸ਼ੋਬੇ 'ਚ ਹੋਵੇ, ਹਰ ਕੋਈ ਆਪਣੀ ਆਪਣੀ ਗੱਲ ਦੱਸ ਰਿਹਾ ਹੈ। ਕੁਝ ਤਾਂ ਸਿਰਫ ਹਾਜ਼ਰੀ ਲਵਾਉਣ ਲਈ, ਪਰ ਕੁਝ ਇਤਨੇ ਗੰਭੀਰ ਨਵੇਂ ਮਸਲੇ ਖੜੇ ਕਰ ਰਹੇ ਹਨ, ਸ਼ਾਇਦ ਕਿਧਰੇ ਉਹ ਗੱਲ ਨੂੰ ਹੋਰ ਉਲਝਾ ਨਾ ਦੇਣ। ਕਾਨੂੰਨੀ ਪੱਖ ਤੋਂ ਕਾਨੂੰਨਦਾਨਾਂ ਨੇ ਫੈਸਲਾ ਕਰਨਾ ਹੈ, ਸਮਾਜ ਸ਼ਾਸਤਰੀਆਂ ਨੇ ਉਸ ਹਿਸਾਬ ਨਾਲ ਵੇਖਣਾ ਹੈ। ਦਰਅਸਲ ਸਮਾਜ ਦੇ ਵਿੱਚ ਇਤਨੀ ਵਿਚਿੱਤਰਤਾ, ਇਤਨਾ ਵਿਘਟਨ ਹੋ ਚੁੱਕਾ ਹੈ, ਇਤਨੀਆਂ ਤਰੇੜਾਂ ਆ ਚੁੱਕੀਆਂ ਹਨ ਕਿ ਇੱਕ ਹੱਲ ਜਾਂ ਇੱਕ ਪਾਸੇ ਦੀ ਗੱਲ ਕੋਈ ਕਰ ਵੀ ਨਹੀਂ ਸਕਦਾ। ਇਸ ਦਾ ਇਹ ਕਹਿਣਾ ਕਿ ਫਲਾਣੀ ਚੀਜ਼ ਨਾਲ ਹੋ ਜਾਏਗਾ, ਫਲਾਣਾ ਹੱਲ ਇਸ ਦਾ ਹੈ, ਇਹ ਅਤਕਥ ਨਹੀਂ ਹੋਏਗੀ। ਸਾਡਾ ਮਕਸਦ ਇਸ ਭੀੜ ਦੇ ਵਿੱਚ ਖੜੇ ਹੋ ਕੇ ਅਸੀਂ ਵੀ ਇੱਕ ਵੱਟਾ ਮਾਰ ਲਈਏ, ਉਹ ਗੱਲ ਨਹੀਂ ਹੈ। ਸਾਡੀ ਕੋਸ਼ਿਸ਼ ਆਪਣਾ ਫਰਜ਼ ਸੰਭਾਲਦਿਆਂ, ਜਿਸ ਮਕਸਦ ਲਈ ਇਹ ਨਿਰਭਉ ਨਿਰਵੈਰ ਨਾਮ ਦਾ ਪ੍ਰੋਗਰਾਮ ਹੈ, ਸਾਡੀ ਕੋਸ਼ਿਸ਼ ਹੈ ਸਾਡੇ ਵਿਰਸੇ, ਸਾਡੇ ਅਸੂਲ, ਸਾਡੀ ਮਰਿਆਦਾ ਔਰ ਸਾਨੂੰ ਜਿਨ੍ਹਾਂ ਬੰਧਨਾਂ ਦੇ ਕਰਕੇ ਬੰਨ੍ਹਿਆ ਗਿਆ ਹੈ, ਅਸੀਂ ਉਸ ਦੇ ਵਿੱਚੋਂ ਕੀ ਕੋਈ ਹੱਲ ਲੈ ਸਕਦੇ ਹਾਂ, ਕੀ ਇਸ ਮਸਲੇ ਦਾ ਕੋਈ ਹੱਲ ਹੈ, ਇਸ ਦੇ ਬਾਰੇ ਆਪ ਨਾਲ ਵਿਚਾਰ ਕਰਾਂਗੇ। ਪਰ ਨਾਲ ਹੀ ਕੇਵਲ ਆਪਣੀ ਗੱਲ ਕਹਿ ਦੇਣ ਨਾਲ ਗੱਲ ਪੂਰੀ ਨਹੀਂ ਹੋਏਗੀ। ਜੇਕਰ ਅਸੀਂ ਸਾਰਥਕ ਕਿਸੇ ਨਤੀਜੇ ਤੇ ਪਹੁੰਚਣਾ ਹੈ ਤਾਂ ਉਹ ਇੱਕ ਗੱਲ ਜ਼ਰੂਰੀ ਹੈ ਕਿ ਤੁਹਾਡੇ ਵਿਚਾਰ ਔਰ ਗੰਭੀਰ ਸਾਰਥਕ ਵਿਚਾਰ ਔਰ ਸੇਧ ਜਿਹੜੀ ਹੈ, ਕਿਉਂਕਿ ਹਰ ਕਿਸੇ ਦੇ ਆਪਣੇ ਵਿਚਾਰ ਹੁੰਦੇ ਹਨ, ਪਰ ਜੇ ਨਿਸ਼ਾਨਾ ਸਹੀ ਹੋਏ ਤਾਂ ਉਹ ਸਹਾਈ ਵੀ ਹੁੰਦੇ ਹਨ। ਇਹ ਜੋ ਜ਼ੁਲਮ ਤਸ਼ੱਦਦ ਹੋਇਆ ਹੈ, ਵੱਖ-ਵੱਖ ਆਰਟਿਸਟ, ਭਾਵੇਂ ਪੇਂਟਰ ਹੈ, ਭਾਵੇਂ ਕਵੀ ਹਨ, ਭਾਵੇਂ ਕੋਈ ਮੁਸੱਵਰ ਹਨ, ਉਹਨਾਂ ਨੇ ਇਸ ਦੇ ਵੱਖ-ਵੱਖ ਚਿੱਤਰ ਵੀ ਬਣਾਏ ਹਨ ਜਿਹੜੇ ਕਿ ਇਸ ਜ਼ੁਲਮ ਨੂੰ ਦਰਸਾਉਂਦੇ ਹਨ। ਇਹ ਹਾਲਤ ਜੋ ਇਸ ਦੇਸ਼ ਦੀ, ਜੋ ਇਸ ਵੇਲੇ ਹੋ ਰਹੀ ਹੈ, ਔਰ ਉਹ ਪੀੜਤ ਜਿਸ ਦੀ ਜੋਤੀ ਸਿੰਘ ਨਾਂ ਦੀ ਉਹ ਲੜਕੀ ਜਿਹੜਾ ਇਸ ਸਾਰੇ ਕਾਰਨ ਬਣੀ ਹੈ, ਉਹ ਜਿਸ ਦੇ ਉੱਤੇ ਜ਼ੁਲਮ ਹੋਇਆ ਹੈ, ਉਸ ਦੀ ਤਸਵੀਰ ਵੀ ਅਸੀਂ ਆਪ ਨੂੰ ਕੱਲ੍ਹ ਵਿਖਾਈ ਸੀ, ਉਸ ਦੇ ਪਿਤਾ ਦੀ, ਔਰ ਉਹ ਲੜਕੀ ਦੀ ਤਸਵੀਰ ਜੋ ਹੈ ਅਸੀਂ ਆਪ ਨੂੰ ਉਹ ਵੀ ਇੱਕ ਵਾਰ ਫਿਰ ਯਾਦਾਸ਼ਤ ਦੇ ਤੌਰ ਦੇ ਉੱਤੇ ਦਿਖਾਉਣਾ ਚਾਹੁੰਦੇ ਹਾਂ। ਇਹ ਉਹ ਲੜਕੀ ਸੀ ਜਦੋਂ ਉਸ ਦੀ ਪਹਿਲੀ ਤਸਵੀਰ ਅਤੇ ਬਾਅਦ ਵਿੱਚ ਜਦੋਂ ਉਹ ਜ਼ਿੰਦਗੀ ਔਰ ਮੌਤ ਦੇ ਨਾਲ ਜੂਝ ਰਹੀ ਸੀ, ਔਰ ਉਸ ਦੇ ਨਾਲ ਜਬਰ ਜਨਾਹ ਤਾਂ ਹੋਇਆ ਹੀ, ਅਜ਼ਮਤ ਰੇਜ਼ੀ ਤਾਂ ਹੋਈ, ਪਰ ਜਿਹੜੀ ਕਹਿਣ ਤੋਂ ਬਾਹਰ ਹੈ
ਉਸ ਦੇ ਸਰੀਰ ਦੇ ਅੰਦਰ ਰੌਡ ਪਾ ਕੇ ਚਲਦੀ ਬੱਸ ਦੇ ਵਿੱਚ ਉਹ ਰੌਡ ਜ਼ੋਰ ਦੀ ਖਿੱਚਿਆ ਗਿਆ। 95% ਉਹਦੀਆਂ ਇੰਟੈਸਟਾਈਨਸ ਅੰਤੜੀਆਂ ਬਾਹਰ ਆ ਗਈਆਂ। ਇਤਨਾ ਜ਼ੁਲਮ ਸੋਚਿਆ ਵੀ ਨਹੀਂ ਜਾ ਸਕਦਾ। ਹੈਵਾਨੀਅਤ ਦੀ ਇੰਤਹਾ ਹੈ। ਦਰਅਸਲ ਇੱਕ ਗੱਲ ਕਹਿਣ ਵਿੱਚ ਕੋਈ ਇਤਰਾਜ਼ ਨਹੀਂ, ਕੋਈ ਅਤਕਥਨੀ ਨਹੀਂ। ਕਹਿਣਾ ਬਣਦਾ ਹੈ, ਜੇਕਰ ਸਮਾਜ ਦੇ ਵਿੱਚ ਅਸ਼ਰਫੁਲ ਮਖਲੂਕਾਤ ਅਖਵਾਉਣ ਵਾਲਾ ਮਰਦ ਆਪਣੇ ਆਪ ਮਰਦਾਨਗੀ ਦਾ ਸਬੂਤ ਦਿੰਦਾ ਹੈ, ਅਗਰ ਉਹ ਆਪਣੇ ਆਪ ਨੂੰ ਅਸ਼ਰਫੁਲ ਮਖਲੂਕਾਤ ਅਖਵਾਉਂਦਾ ਹੈ, ਤਾਂ ਇੱਕ ਗੱਲ ਵੀ ਯਕੀਨਨ ਤੌਰ 'ਤੇ ਉਸ ਨੂੰ ਇਹ ਜ਼ਿੰਮੇਵਾਰੀ ਵੀ ਕਬੂਲਣੀ ਪਏਗੀ, ਇਸ ਗੱਲ ਨੂੰ ਵੀ ਮੰਨਣਾ ਪਏਗਾ, ਤਸਲੀਮ ਕਰਨਾ ਪਏਗਾ, ਜੇ ਸਮਾਜ ਦੇ ਵਿੱਚ ਅਗਰ ਮਰਦ ਸਹੀ ਹੈ, ਦੁਰਾਚਾਰੀ ਨਹੀਂ ਹੈ, ਤਾਂ ਔਰਤ ਕਦੀ ਖਰਾਬ ਨਹੀਂ ਹੋ ਸਕਦੀ। ਇਹ ਬਹੁਤ ਯਕੀਨ ਦੇ ਨਾਲ ਕਿਹਾ ਜਾ ਸਕਦਾ ਹੈ ਕਿ ਮਰਦ ਅਗਰ ਸਹੀ ਹੈ ਤਾਂ ਔਰਤ ਸਹੀ ਹੋਏਗੀ। ਅਗਰ ਮਰਦ ਦੁਰਾਚਾਰੀ ਹੈ, ਉਹ ਔਰਤ ਨੂੰ ਦੁਰਾਚਾਰ ਵੱਲ ਧੱਕੇਗਾ ਜਾਂ ਉਸ ਦੇ ਉੱਤੇ ਜ਼ੁਲਮ ਕਰੇਗਾ। ਜਿਹੜਾ ਕਾਂਡ ਹੋਇਆ, ਜਿਵੇਂ ਕਿਹਾ ਗਿਆ, ਹਰ ਕਿਸੇ ਨੇ ਆਪਣੀ ਡਫਲੀ ਲੈ ਕੇ, ਆਪਣਾ ਢੋਲ ਲੈ ਕੇ ਵਜਾਣਾ ਸ਼ੁਰੂ ਕਰ ਦਿੱਤਾ। ਪਰ ਕੁਝ ਲੋਕਾਂ ਨੇ ਤਾਂ ਐਸੀਆਂ ਦਲੀਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਿਨ੍ਹਾਂ ਦੇ ਵਿੱਚ ਉਹ ਜ਼ਖਮਾਂ ਦੇ ਉੱਤੇ ਲੂਣ ਛਿੜਕਣ ਵਾਲੀ ਗੱਲ ਹੋਈ। ਭਾਰਤ ਦੇ ਰਾਸ਼ਟਰਪਤੀ ਦਾ ਬੇਟਾ ਜਿਹੜਾ MP ਹੈ, ਅਭਿਜੀਤ, ਉਸਨੇ ਹੋ ਰਹੇ ਮੁਜ਼ਾਹਰਿਆਂ ਬਾਰੇ ਇੱਥੋਂ ਤੱਕ ਕਹਿ ਦਿੱਤਾ, ਇਹ ਜਿਹੜਾ ਮੁਜ਼ਾਹਰਾਕਾਰੀ ਔਰਤਾਂ ਹਨ, ਇਹ ਸਾਰੀਆਂ ਦੀਆਂ ਸਾਰੀਆਂ ਹਾਈਲੀ ਡੈਂਟਡ ਐਂਡ ਪੇਂਟਡ ਔਰਤਾਂ ਹਨ। ਸ਼ਾਇਦ ਇਹ ਬੋਲਣ ਲੱਗਿਆਂ ਸੋਚਦੇ ਨਹੀਂ, ਬੈਤਾਲ ਕਹੇ ਬਿਕਰਮ ਸੁਨੋ, ਜੀਭ ਸੰਭਾਰੇ ਬੋਲੀਏ। ਬਿਨਾਂ ਸੋਚੇ ਜੋ ਮਰਜ਼ੀ ਕਿਹਾ ਜਾ ਸਕਦਾ ਹੈ। ਆਸਾਰਾਮ ਜੀ ਕਹਿੰਦੇ ਹਨ, उस लड़की का भी दोष है, उसको चाहिए था एक का हाथ पकड़ लेती, कहती भैया मैं तुम्हारी धर्म की बहन हूं, मैं अबला हूं, मेरी रक्षा करो। इस तो बाद ਇਹਦੇ ਤੇ ਕੁਝ ਕਹਿਣ ਦੀ ਲੋੜ ਨਹੀਂ, ਇਹਦੇ ਤੇ ਕੋਈ ਕਮੈਂਟ ਨਹੀਂ ਦਿੱਤਾ ਜਾ ਸਕਦਾ ਸਿਵਾਏ ਇਸ ਨੂੰ ਦਰਕਿਨਾਰ ਕਰਨ ਦੇ। ਬਹੁਤ ਤਾਕਤਵਰ ਜਮਾਤ RSS ਦੇ ਮੁਖੀ ਭਾਗਵਤ ਮੋਹਨ, ਉਹਨਾਂ ਨੇ ਕਹਿ ਦਿੱਤਾ ਕਿ ਮੈਰਿਜ ਇਜ਼ ਅ ਸੋਸ਼ਲ ਕੰਟਰੈਕਟ, ਔਰ ਇਹ ਜਿਹੜਾ ਸੋਸ਼ਲ ਕੰਟਰੈਕਟ ਹੈ, ਮਰਦ ਨੂੰ ਔਰਤ ਦੀ ਹਿਫਾਜ਼ਤ ਕਰਨੀ ਹੈ, ਔਰਤ ਦਾ ਕੰਮ ਉਸ ਦੀ, ਮਰਦ ਦੀ ਔਰ ਉਸ ਦੇ ਬੱਚਿਆਂ ਦੀ ਦੇਖਭਾਲ ਕਰਨੀ ਹੈ। ਜੇ ਦਿੱਕਤ ਹੈ ਤਾਂ ਉਹ ਦੋਨੋਂ ਇੱਕ ਦੂਜੇ ਨੂੰ ਛੱਡ ਸਕਦੇ ਹਨ। ਇਹ ਕਿਤਨੀ ਇੱਕ ਕੈਸੀ ਗੱਲ ਹੈ, ਇਹਦੇ ਤੇ ਕੀ ਕਿਹਾ ਜਾਏ। ਮੈਰਿਜ ਨੂੰ ਭਾਰਤੀ ਸੰਸਕ੍ਰਿਤੀ ਦੇ ਵਿੱਚ ਵੀ ਆਸ਼ਰਮ ਕਿਹਾ ਗਿਆ ਸੀ, ਪਰ ਦੂਸਰੇ ਪਾਸੇ ਇਹ ਵੀ ਸਹੀ ਹੈ ਕਿ ਸਵਾਮੀ ਦਇਆਨੰਦ ਜੀ ਨੇ ਵੀ ਇਹ ਲਿਖ ਦਿੱਤਾ ਸੀ ਆਪਣੀ ਪੁਸਤਕ ਦੇ ਵਿੱਚ ਕਿ ਇੱਕ ਇਸਤਰੀ ਜੇਕਰ ਕਿਸੇ ਦੀ ਪਤਨੀ ਗਰਭਵਤੀ ਹੋਏ, ਉਸ ਦੇ ਕੋਲੋਂ ਨਾ ਰਿਹਾ ਜਾਏ ਤਾਂ ਕਿਸੇ ਹੋਰ ਔਰਤ ਦੇ ਨਾਲ ਨਿਯੋਗ ਕਰਕੇ ਪੁੱਤਰ ਪੈਦਾ ਕਰ ਦੇਵੇ। ਇਸ ਤਰੀਕੇ ਦੇ ਨਾਲ ਇੱਕ ਪੁਰਸ਼ 11 ਔਰਤਾਂ ਨਾਲ ਔਰ ਇੱਕ ਇਸਤਰੀ 11 ਪੁਰਸ਼ਾਂ ਦੇ ਨਾਲ ਨਿਯੋਗ ਕਰ ਸਕਦੀ ਹੈ। ਐਸੀਆਂ ਸਮਾਜ ਦੇ ਵਿੱਚ ਦਲੀਲਾਂ, ਇਸ ਤਰ੍ਹਾਂ ਦੀਆਂ ਕਾਰਵਾਈਆਂ ਕਿ ਉਸ ਬਰਾਬਰੀ ਦੇ ਜਿਸ ਦਾ ਮੁਕਾਮ ਔਰਤ ਔਰ ਮਰਦ ਨੂੰ ਬਰਾਬਰੀ ਦੇ ਕੇ ਇੱਕ ਫਰਜ਼ ਅੰਜਾਮ ਦੇਣਾ, ਇਹਨਾਂ 'ਚੋਂ ਕੋਈ ਵੱਡਾ ਨਹੀਂ ਹੈ, ਕੋਈ ਛੋਟਾ ਨਹੀਂ ਹੈ। ਇਸਤਰੀ ਔਰ ਪੁਰਸ਼, ਮਰਦ ਔਰ ਔਰਤ ਦੇ ਹੱਕ ਇੱਕੋ ਨਹੀਂ ਹਨ, ਇੱਕੋ ਜਿਹੇ ਹਨ। ਉਸ ਦੀ ਆਪਣੀ ਬਖੂਬੀ ਹੈ, ਉਸ ਦੀ ਆਪਣੀ ਮਮਤਾ ਹੈ ਜਿਹੜੀ ਪੁਰਸ਼ ਵਿੱਚ ਨਹੀਂ। ਉਸ ਦਾ ਆਪਣਾ ਵਡੱਪਣ ਹੈ, ਉਸ ਦਾ ਆਪਣਾ ਸੁਹੱਪਣ ਹੈ। ਮਰਦ ਦੀ ਆਪਣੇ ਫਰਜ਼ ਹਨ। ਦੋਨਾਂ ਦੇ ਫਰਜ਼, ਦੋਨਾਂ ਦੇ ਡਿਊਟੀਜ਼ ਇੱਕੋ ਨਹੀਂ ਹਨ, ਇੱਕੋ ਜਿਹੇ ਹਨ। ਦੋਨਾਂ ਨੇ ਮਿਲ ਕੇ ਇਸ ਸਮਾਜ ਦੀ ਸਿਰਜਣਾ ਕਰਨੀ ਹੈ। ਇਸ ਤਰੀਕੇ ਦੇ ਨਾਲ ਇਹ ਜੋ ਕੁਝ ਹੋ ਰਿਹਾ ਹੈ, ਇਹ ਜਿਹੜੇ ਵੱਖ-ਵੱਖ ਬਿਆਨਾਤ ਦਿੱਤੇ ਜਾ ਰਹੇ ਹਨ, ਇਹਨਾਂ ਤੋਂ ਜਿਵੇਂ ਹੱਲ ਨਿਕਲਣ ਦਾ
ਕਾਂਵਾ ਰੋਲੀ ਜੀ ਜਾਂ ਰੋਲਾ ਰੱਪਾ ਲੱਗਦਾ ਹੈ ਉਹ ਜ਼ਿਆਦਾ ਹੋਣਾ ਸ਼ੁਰੂ ਹੋ ਗਿਆ ਹੈ। ਇਸ ਸਾਰੇ ਦੇ ਵਿੱਚ ਅਸੀਂ ਵੇਖਣਾ ਹੈ ਕਿ ਅਸੀਂ ਇਸ ਦੇ ਵਿੱਚੋਂ ਕੀ ਹਾਸਲ ਕਰ ਸਕਦੇ ਹਾਂ। ਭਾਰਤ ਦੀ ਸੰਸਕ੍ਰਿਤੀ, ਇਹ ਕਹਿਣ ਵਿੱਚ ਕੋਈ ਇਤਰਾਜ਼ ਨਹੀਂ, ਬਹੁਤ ਪੁਰਾਣੀ ਹੈ। ਭਾਰਤੀ ਸੰਸਕ੍ਰਿਤੀ ਬਹੁਤ ਹਜ਼ਾਰਾਂ ਸਾਲ ਪੁਰਾਣੀ ਹੈ ਔਰ ਇੱਥੋਂ ਦੇ ਜਿਹੜੇ ਮਹਾਨ ਰਿਸ਼ੀ ਹੋਏ ਜਾਂ ਜਿਹੜੇ ਲਿਖਾਰੀ ਸਨ ਜਾਂ ਜਿਨ੍ਹਾਂ ਦਾ ਫਰਜ਼ ਸੀ, ਜਿਨ੍ਹਾਂ ਨੇ ਬਹੁਤ ਲਿਟਰੇਚਰ ਦੇ ਵਿੱਚ ਕਾਫੀ ਯੋਗਦਾਨ ਪਾਇਆ, ਇੱਕ ਗੱਲ ਬੜੀ ਅਜੀਬ ਹੈ, ਬੜੀ ਕਮਾਲ ਦੀ ਹੈ, ਉਹਨਾਂ ਨੇ ਇਨਸਾਨੀ ਫਿਤਰਤ ਦੇ ਉੱਤੇ ਬਹੁਤ ਕੁਝ ਲਿਖਿਆ ਔਰ ਖਾਸ ਕਰਕੇ ਇਸ ਵਿਸ਼ੇ ਤੇ ਜਿਸ ਦਾ ਅੰਜਾਮ, ਜਿਸ ਦਾ ਨਤੀਜਾ ਅੱਜ ਸਾਡੇ ਸਾਹਮਣੇ ਆਇਆ ਹੈ। ਕਾਮ ਦਾ ਪਰਵਰਟਡ ਰੂਪ, ਕਾਮ ਦਾ ਇਹ ਕਿਰਣਿਤ ਰੂਪ, ਦਰਅਸਲ ਇਨਸਾਨ ਦਾ ਜਨਮ, ਹਰ ਇਨਸਾਨ, ਹਰ ਜੀਵ ਦਾ ਜਨਮ ਕਾਮ ਦੇ ਵਿੱਚੋਂ ਹੀ ਹੁੰਦਾ ਹੈ। ਪਰ ਇਸ ਦੇ ਬਾਵਜੂਦ ਹਰ ਜੀਵ ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਲੈ ਕੇ ਇਸ ਸੰਸਾਰ ਤੇ ਆਂਦਾ ਹੈ। ਕੋਈ ਐਸਾ ਸ਼ਖਸ ਨਹੀਂ, ਕੋਈ ਐਸਾ ਬਸ਼ਰ ਨਹੀਂ ਜਿਸ ਦੇ ਅੰਦਰ ਇਹ ਚੀਜ਼ਾਂ ਨਾ ਹੋਣ। ਪਰ ਜਿਸ ਤਰੀਕੇ ਦੇ ਨਾਲ ਇਹ ਤਾਂ ਕਿਹਾ ਜਾਂਦਾ ਹੈ ਕਿ ਸ਼ਰਾਬ ਦੇ ਉੱਤੇ ਪਾਬੰਦੀ ਲਗਾਓ, ਪਰ ਕਿਸੇ ਨੇ ਅੱਜ ਤੱਕ ਇਹ ਨਹੀਂ ਕਿਹਾ ਕਿ ਅੰਗੂਰਾਂ ਦੇ ਬਾਗ ਦੇ ਉੱਤੇ ਪਾਬੰਦੀ ਲਗਾ ਦਿਓ ਕਿਉਂਕਿ ਇਸ ਤੋਂ ਸ਼ਰਾਬ ਬਣਦੀ ਹੈ। ਉਸ ਦਾ ਸੋਮਾ ਤਾਂ ਹੋ ਸਕਦਾ ਹੈ, ਜੇਕਰ ਵਿਗੜੇ ਹੋਏ ਅੰਗੂਰ, ਜੇ ਤਰਕਣ ਦੇ ਬਾਅਦ ਅੰਗੂਰ, ਤਰਕੇ ਹੋਏ ਅੰਗੂਰ ਅਗਰ ਸ਼ਰਾਬ ਬਣ ਸਕਦੀ ਹੈ, ਨੁਕਸਾਨਦੇਹ ਹੋ ਸਕਦੀ ਹੈ, ਤਾਂ ਕੋਈ ਕਾਰਨ ਨਹੀਂ ਕਿ ਵਿਗੜਿਆ ਹੋਇਆ ਕਾਮ ਇੱਕ ਪਾਸੇ ਤਾਂ ਉਹ ਜਗਤ ਉਤਪਤੀ ਦਾ ਸਾਧਨ ਬਣ ਸਕਦਾ ਹੈ। ਲੋਕਾਂ ਦੇ ਨਾਲ ਇਹ ਜਗਤ ਉਤਪਤੀ ਦਾ ਸਾਧਨ ਬਣਦਾ ਹੈ, ਪੁੱਤੀ ਗੰਢ ਪਵੇ ਸੰਸਾਰ ਦਾ ਸਾਧਨ ਬਣਦਾ ਹੈ। ਪਰ ਦੂਸਰੇ ਪਾਸੇ ਵਿਗੜਿਆ ਹੋਇਆ ਕਾਮ ਕਿਸ ਭਿਅੰਕਰ ਰੂਪ ਵਿੱਚ ਸਾਹਮਣੇ ਆ ਸਕਦਾ ਹੈ, ਇਸ ਦਾ ਅੰਦਾਜ਼ਾ ਲਗਾਉਣਾ ਔਖਾ ਨਹੀਂ। ਔਰ ਖਾਸ ਕਰਕੇ ਇਹ ਜਿਹੜੀ ਘਟਨਾ ਵਾਪਰੀ ਹੈ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਹੁਤ ਕਮਾਲ ਦਾ ਇੱਕ ਹਵਾਲਾ ਦਿੱਤਾ। ਸਾਡੀ ਬੋਲੀ ਵਿੱਚ, ਸਾਡੇ ਵਿਰਸੇ ਵਿੱਚ, ਸਾਡੇ ਕਲਚਰ ਵਿੱਚ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਉਹ ਕਹਿੰਦੇ, ਮੈਂ ਉਸ ਮਾਲਕ ਦਾ ਇੱਕ ਪਹਿਲਵਾਨ ਹਾਂ ਔਰ ਇੱਕ ਛਿੰਝ ਪੈ ਗਈ ਹੈ, ਉਹਦੇ ਵਿੱਚ ਪਹਿਲਵਾਨ ਮੱਲ ਇਕੱਠੇ ਹੋ ਗਏ ਹਨ। ਜਦੋਂ ਮੱਲ ਇਕੱਠੇ ਹੋ ਕੇ ਕੁਸ਼ਤੀ ਲੜਨ ਲਈ ਆਉਂਦੇ ਹਨ ਤਾਂ ਸਾਰੇ ਫਿਰ ਚਾਰੇ ਪਾਸੇ ਗੇੜੇ ਲਾਉਂਦੇ ਹਨ, ਫੇਰੀਆਂ ਲਾਉਂਦੇ ਹਨ। ਤਾਂ ਹਜ਼ੂਰ ਫਰਮਾਉਂਦੇ ਹਨ, ਹੋ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ, ਸਭ ਹੋਈ ਛਿੰਝ ਇਕੱਠੀਆਂ, ਦਏ ਬੈਠਾ ਵੇਖੇ ਆਪ ਜੀਓ। ਉਹ ਮੇਰਾ ਮਾਲਕ, ਉਹ ਕੁਰਸੀ ਢਾ ਕੇ ਬਹਿ ਗਿਆ, ਉਹ ਵੇਖ ਰਿਹਾ ਹੈ, ਮੈਨੂੰ ਉਸਨੇ ਭੇਜ ਦਿੱਤਾ ਹੈ। ਮੇਰੇ ਮੁਕਾਬਲੇ ਦੇ ਉੱਤੇ ਇਹ 5 ਜਵਾਨ ਹਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ 5 ਜਵਾਨਾਂ ਦੇ ਨਾਲ ਮੈਨੂੰ ਇਕੱਲੇ ਨੂੰ ਉਸਨੇ ਭਿੜਨ ਲਈ ਭੇਜ ਦਿੱਤਾ। ਹੋ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ, ਸਭ ਹੋਈ ਛਿੰਝ ਇਕੱਠੀਆਂ, ਦਏ ਬੈਠਾ ਵੇਖੇ ਆਪ ਜੀਓ। ਵਾਤ ਵੱਜਣ ਢਮਕ ਢੇਰੀਆਂ, ਮਲ ਲੱਥੇ ਲੈਂਦੇ ਫੇਰੀਆਂ, ਨਿਹਤੇ 5 ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ। ਹਜ਼ੂਰ ਕਹਿੰਦੇ ਹਨ, ਮੈਂ ਇਹਨਾਂ 5 ਨੂੰ ਢਾ ਲਿਆ ਹੈ, ਮੈਂ ਇਹਨਾਂ ਨੂੰ ਨਿਰਸਤ ਕਰ ਦਿੱਤਾ ਹੈ, ਮੈਂ ਇਹਨਾਂ ਨੂੰ ਮਾਰਿਆ ਨਹੀਂ। ਇਹਨਾਂ ਨੂੰ ਮਾਰਿਆ ਨਹੀਂ ਜਾ ਸਕਦਾ, ਇਹਨਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਬਸ ਇਹ ਪੈਗਾਮ ਹੈ। ਅਗਰ ਇਸ ਨੂੰ ਸਹੀ ਢੰਗ ਦੇ ਨਾਲ ਕਾਬੂ ਕੀਤਾ ਜਾ ਸਕੇ ਤਾਂ ਇਸ ਸੰਸਾਰ ਲਈ ਬਹੁਤ ਕੀਮਤੀ ਚੀਜ਼ਾਂ ਹਨ। ਪਰ ਜੇ ਵਿਗੜਿਆ ਹੋਇਆ ਰੂਪ ਹੋ ਜਾਏ, ਇਸ ਦਾ ਅੰਜਾਮ ਉਹੀ ਹੈ ਜੋ ਅਸੀਂ ਆਪ ਵੇਖ ਰਹੇ ਹਾਂ। ਸਮਾਂ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ। ਤੁਹਾਡੇ ਨਾਲ ਇਹ ਗੱਲਬਾਤ ਜਾਰੀ ਰਹੇਗੀ, ਤੁਸੀਂ ਲਾਈਨ ਤੇ ਰਹਿਣਾ ਔਰ ਥੋੜੇ ਦੇਰ ਦੇ ਬਾਅਦ ਅਸੀਂ ਆਪ ਨਾਲ ਕੁਝ ਵਿਚਾਰ ਹੋਰ ਸਾਂਝੇ ਕਰਕੇ ਆਪ ਦੇ ਵਿਚਾਰ ਲਵਾਂਗੇ। ਇੱਕ ਬ੍ਰੇਕ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕ ਔਰ ਸੂਝਵਾਨ ਸਰੋਤਿਆਂ ਦਾ ਬ੍ਰੇਕ ਦੇ ਬਾਅਦ ਮੁੜ ਦਿੱਗਾ ਸਵਾਗਤ ਹੈ। ਅਸੀਂ ਗੱਲ ਕਰ ਰਹੇ ਸੀ
ਇਹ ਜਿਹੜੀਆਂ ਇਨਸਾਨੀ ਫਿਤਰਤਾਂ ਹਨ, ਇਹ ਜਿਹੜੇ 5 ਵਿਕਾਰ ਹਨ, ਇਹ 5 ਵਿਕਾਰ ਜੇਕਰ ਸਹੀ ਤਰੀਕੇ ਦੇ ਨਾਲ ਇਸਤੇਮਾਲ ਹੋ ਜਾਣ ਤਾਂ ਇਹ ਬਹੁਤ ਇਨਸਾਨ ਲਈ ਬੜੀ ਵੱਡੀ ਪਰਮਾਤਮਾ ਦੀ ਦੇਣ ਬਣ ਜਾਂਦੀ ਹੈ। ਫੀਲ ਰਬਾਬੀ, ਬਲਦ ਪਖਾਵਜ, ਕਊਆ ਤਾਲ ਬਜਾਵੇ। ਹਜ਼ੂਰ ਕਹਿੰਦੇ ਹਨ ਕਿ ਜਦੋਂ ਦੀ ਗੁਰੂ ਦੀ ਕਿਰਪਾ ਹੋ ਗਈ, ਇਹ ਮਨ ਰੂਪੀ ਹਾਥੀ ਜਿਹੜਾ ਬਿਖਰਿਆ ਫਿਰਦਾ ਸੀ, ਇਹ ਹੁਣ ਇੱਕ ਸੂਖਸ਼ਮ ਸਾਜ਼ ਰਬਾਬ ਵਜਾਉਣ ਲੱਗ ਪਿਆ। ਫੀਲ ਰਬਾਬੀ, ਬਲਦ ਪਖਾਵਜ, ਇਹ ਜਿਹੜਾ ਖੋਰੂ ਪਾਉਣ ਵਾਲਾ ਮਨ ਜਿਹੜਾ ਬਲਦ ਰੂਪੀ ਸੀ, ਇਹ ਹੁਣ ਪਖਾਵਜ ਵਜਾਉਣ ਲੱਗ ਪਿਆ। ਫੀਲ ਰਬਾਬੀ, ਬਲਦ ਪਖਾਵਜ, ਕਊਆ ਤਾਲ ਬਜਾਵੇ, ਜਿਹੜਾ ਮਨ ਰੂਪੀ ਕਾਂ, ਇਹ ਕਾਂ ਜਿਹੜਾ ਜਗ੍ਹਾ ਜਗ੍ਹਾ ਡਿੱਗਦਾ ਫਿਰਦਾ ਸੀ, ਗੰਦ ਦੇ ਉੱਤੇ ਜਾਂਦਾ ਸੀ, ਇਹ ਹੁਣ ਤਾਲ ਵਿੱਚ ਆ ਗਿਆ। ਫੀਲ ਰਬਾਬੀ, ਬਲਦ ਪਖਾਵਜ, ਕਊਆ ਤਾਲ ਬਜਾਵੇ, ਪਹਿਰ ਚੋਲਨਾ ਗਧਾ ਨਾਚੇ, ਪੈਸਾ ਭਗਤ ਕਰਾਵੇ। ਇਹ ਜਿਹੜਾ ਪੈਸਾ ਰੂਪੀ ਮਨ ਸੀ, ਇਹ ਹੁਣ ਬਿਲਕੁਲ ਸੁਰਤਾਲ ਵਿੱਚ ਆ ਗਿਆ। ਹੁਣ ਰਾਜਾ ਰਾਮ ਕਕਰੀਆ ਬਰੇ ਪਕਾਏ, ਕਿਨੇ ਬੂਝਨ ਹਾਰੇ ਖਾਏ। ਪਰ ਗੱਲ ਹੈ, ਇਹ ਜਿਹੜੀਆਂ ਉਪਦੇਸ਼ ਦੀਆਂ ਗੱਲਾਂ, ਜਿਹੜੀਆਂ ਗੁਰੂ ਦੀਆਂ ਗੱਲਾਂ, ਜਿਹੜੇ ਉਹਨਾਂ ਦੇ ਆਦੇਸ਼, ਜਿਹੜੇ ਹੁਕਮ, ਜਿਹੜੇ ਮੋਰੈਲਿਟੀ ਦੀਆਂ ਗੱਲਾਂ, ਜਿਹੜੀਆਂ ਇਖਲਾਕ ਦੀਆਂ ਗੱਲਾਂ, ਭਾਵੇਂ ਉਹ ਕਿਸੇ ਵੀ ਧਰਮ ਦੇ ਵਿੱਚੋਂ ਆਈਆਂ ਹੋਣ, ਪਰ ਜਿਵੇਂ ਕਹਿੰਦੇ ਹੈ ਕਿ ਜਿਸ ਨੂੰ ਰੱਬ ਦਾ ਡਰ ਨਹੀਂ, ਉਸ ਦੇ ਉੱਤੇ ਇਹ ਗੱਲਾਂ ਕੀ ਕਰਨਗੀਆਂ, ਉਸ ਨੂੰ ਇਸ ਗੱਲ ਦਾ ਕੀ ਅਸਰ ਹੈ। ਜਿਹੜਾ ਜਿਸ ਚੀਜ਼ ਤੋਂ ਡਰਦਾ ਹੈ, ਉਹਨੂੰ ਉਸੇ ਚੀਜ਼ ਦੇ ਨਾਲ ਕਾਬੂ ਕੀਤਾ ਜਾ ਸਕਦਾ ਹੈ। ਜਿਸ ਨੂੰ ਰੱਬ ਦਾ ਡਰ ਹੈ, ਉਹ ਨਾ ਰੱਬ ਦੀ ਗੱਲ ਸੁਣੇਗਾ, ਜਿਸ ਨੂੰ ਕਾਨੂੰਨ ਦਾ ਡਰ ਹੈ, ਉਹ ਉਸੇ ਦੀ ਸੁਣੇਗਾ। ਤਾਂ ਕਰਕੇ ਇਸੇ ਕਰਕੇ ਕਿਹਾ, ਲਬੋਂ पे रंग उल्फत के भरे हैं दिल कदूरत से, खुदा की बात करते हो खुदा से कौन डरता है। ਅੰਗਰੇਜ਼ ਵੀ ਜਦੋਂ ਹਿੰਦੁਸਤਾਨ ਵਿੱਚ ਆਏ ਸਨ ਤਾਂ ਸਿੱਖ ਫੌਜੀਆਂ ਨੂੰ ਜਦੋਂ ਉਹਨਾਂ ਨੇ ਫੌਜ ਵਿੱਚ ਲਿਆ, ਉਸ ਤੋਂ ਪਹਿਲਾਂ ਉਹਨਾਂ ਨੂੰ ਅੰਮ੍ਰਿਤ ਛਕਾਇਆ, ਧਰਮ ਦੇ ਵਿੱਚ ਪੱਕਾ ਕੀਤਾ, ਫਿਰ ਉਹਨਾਂ ਨੂੰ ਧਰਮ ਦੀ ਸਹੁੰ ਚੁਕਾਈ। ਹੁਣ ਜੇਕਰ ਧਰਮ ਦੇ ਵਿੱਚ ਪਰਪੱਕ ਨਹੀਂ ਹੈ, ਧਰਮ ਦਾ ਕੇਵਲ ਲਬਾਦਾ ਪਾਇਆ ਹੋਇਆ ਹੈ, ਜੇਕਰ ਧਰਮ ਦੀ ਖਾਲੀ ਉਸਨੇ ਚੋਲਾ ਹੀ ਪਾਇਆ ਹੈ, ਤਾਂ ਫਿਰ ਉਸ ਕੋਲੋਂ ਕੀ ਆਸ ਕੀਤੀ ਜਾ ਸਕਦੀ ਹੈ। ਭਾਰਤ ਦੀ ਸੰਸਕ੍ਰਿਤੀ ਨੇ ਬਹੁਤ ਹਵਾਲੇ ਦਿੱਤੇ ਕਿ ਇਹ ਜਿਹੜੀਆਂ ਚੀਜ਼ਾਂ ਹਨ, ਮਤ ਕੋਈ ਮਾਣ ਕਰੇ, ਮਤ ਕੋਈ ਗੁਮਾਨ ਕਰੇ ਕਿ ਮੈਂ ਇਹਨਾਂ ਦੇ ਉੱਤੇ ਕਾਬੂ ਪਾ ਲਿਆ। ਉਹ ਜਿਹੜੀਆਂ ਭਾਰਤੀ ਸ਼ਾਸਤਰਾਂ ਦੇ ਹਵਾਲੇ ਗੁਰੂ ਸਾਹਿਬ ਨੇ ਵੀ ਉਹ ਲਏ, ਉਹਨਾਂ ਨੇ ਉਹ ਹਵਾਲੇ ਲੈ ਲਏ ਔਰ ਲੈਣ ਤੋਂ ਬਾਅਦ ਉਹਨਾਂ ਨੂੰ ਵੀ ਵਰਤੋਂ ਵਿੱਚ ਲਿਆਂਦਾ। ਸੰਸਕ੍ਰਿਤੀ ਦੇ ਵਿੱਚ ਸਭ ਤੋਂ ਵੱਡੀ ਅਵਸਥਾ ਬ੍ਰਹਮਾ ਦੀ ਮੰਨੀ ਗਈ ਕਿ ਬ੍ਰਹਮਾ ਜਿਸ ਨੇ ਵੇਦ ਰਚੇ, ਪਰ ਪੁਰਾਣਕ ਕਥਾਵਾਂ ਵਿੱਚ ਜ਼ਿਕਰ ਆਇਆ ਕਿ ਬ੍ਰਹਮਾ ਇੱਕ ਸਮਾਗਮ ਵਿੱਚ ਉਸ ਦੀ ਆਪਣੀ ਬੇਟੀ ਜਿਸ ਵੇਲੇ ਸਾਹਮਣੇ ਬੈਠੀ ਸੀ, ਉਸ ਦੇ ਉੱਤੇ ਲੋਭਾਏਮਾਨ ਹੋ ਗਿਆ। ਹਜ਼ੂਰ ਨੇ ਫਰਮਾਇਆ, ਲੋਕਾਂ ਨੂੰ ਸਮਝਾਏ ਦਾ ਰੂਪ ਦੇਖ ਹੋਏ ਲੋਭਾਣਾ, ਉਹ ਆਪਣੀ ਪੁੱਤਰੀ ਦੇ ਉੱਤੇ ਮੋਹਿਤ ਹੋ ਗਿਆ। ਮੈਲਾ ਬ੍ਰਹਮਾ ਮੈਲਾ ਚੰਦ, ਇਸ ਕਰਕੇ ਗੁਰੂ ਗ੍ਰੰਥ ਸਾਹਿਬ ਨੇ ਅੰਕਿਤ ਕੀਤਾ। ਗੁਰੂ ਨਾਨਕ ਸਾਹਿਬ ਨੇ ਜਿਹੜੀ ਗੱਲ ਕੀਤੀ, ਆਸਾ ਦੀ ਵਾਰ ਸਾਰੇ ਸੰਸਾਰ ਵਿੱਚ ਹਰ ਥਾਂ ਹਰ ਜਗ੍ਹਾ ਉਹ ਪੜ੍ਹੀ ਜਾਂਦੀ ਹੈ, ਮਗਰ ਉਸ ਦੀ ਆਰੰਭਤਾ ਕਿੱਥੋਂ ਹੈ? ਲਿਖੀ ਟੁੰਡੇ ਅਸਰਾਜੇ ਕੀ ਧੁਨੀ ਗਾਵਣਾ। ਕਦੀ ਅਸੀਂ ਵਿਚਾਰਿਆ ਇਹ ਅਸਰਾਜ ਕੌਣ ਹੈ? ਇਹ ਟੁੰਡਾ ਕਿਹੜਾ ਹੈ ਜਿਸ ਟੁੰਡੇ ਦੀ ਗੱਲ ਰੋਜ਼ ਕੀਤੀ ਜਾਂਦੀ ਹੈ, ਹਰ ਗੁਰਦੁਆਰੇ ਦੇ ਵਿੱਚ ਕੀਤੀ ਜਾਂਦੀ ਹੈ? ਰਾਜਸਥਾਨ ਦਾ ਇੱਕ ਰਾਜਾ ਸੀ, ਉਸ ਦਾ ਰਾਜਕੁਮਾਰ ਸੀ, ਔਰ ਜਿਹੜਾ ਕਿ ਬਹੁਤ ਹੀ ਚਰਿੱਤਰਵਾਨ ਸੀ ਔਰ ਇਖਲਾਕ ਵਾਲਾ ਸੀ। ਪਰ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ, ਲੈ ਪਾੜ ਕਰੇ ਵਿਵਾਹ ਕੜ ਕਾਗਲ ਦੱਸੇਰਾ, ਸੰਸਾਰ ਦੀ ਸਮਾਜ ਦੀ ਵਿਗੜਨ ਦਾ, ਸਮਾਜ ਦੀਆਂ ਬੁਰਾਈਆਂ ਦੀ ਜੜ ਬੇਮੇਲ ਵਿਆਹ ਹੈ, ਜਾਂ ਬਹੁ ਵਿਆਹ ਹੈ ਜਾਂ ਬੇਮੇਲ ਵਿਆਹ ਹੈ। ਉਸ ਰਾਜੇ ਨੇ, ਅਸਰਾਜ ਦੇ ਬਾਪ ਨੇ ਆਪਣੇ ਬੱਚਿਆਂ ਤੋਂ ਛੋਟੀ ਉਮਰ ਦੀ
ਨਵੀਂ ਰਾਣੀ ਲੈ ਆਂਦੀ। ਉਸ ਰਾਣੀ ਨੇ ਅਸਰਾਜ ਨੂੰ ਆਪਣੇ ਨਾਲ ਗਲਤ ਕੰਮ ਲਈ ਪ੍ਰੇਰਿਤ ਕੀਤਾ। ਉਸ ਅਸਰਾਜ ਨੇ ਇਨਕਾਰ ਕਰ ਦਿੱਤਾ। ਉਸ ਰਾਣੀ ਨੇ ਰਾਜੇ ਕੋਲ ਇਸ ਦੇ ਚਰਿੱਤਰ ਬਾਰੇ ਸ਼ਿਕਾਇਤ ਲਗਾਈ ਕਿ ਇਸ ਨੇ ਮੇਰੀ ਇੱਜ਼ਤ ਦੇ ਉੱਤੇ ਹੱਥ ਪਾਇਆ। ਰਾਜੇ ਨੇ ਆਪਣੇ ਵਜ਼ੀਰ ਨੂੰ ਹੁਕਮ ਦਿੱਤਾ, ਇਸ ਅਸਰਾਜ ਨੂੰ ਲਿਜਾ ਕੇ ਕਤਲ ਕਰ ਦਿੱਤਾ ਜਾਏ, ਇਸ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਜਾਏ। ਵਜ਼ੀਰ ਸਿਆਣਾ ਸੀ, ਉਸ ਨੂੰ ਲੈ ਗਿਆ। ਉਹ ਕਹਿਣ ਲੱਗਾ, ਇੱਕ ਪਾਸੇ ਰਾਜੇ ਦਾ ਹੁਕਮ ਹੈ, ਦੂਜੇ ਪਾਸੇ ਤੂੰ ਹੈ, ਹੁਣ ਮੇਰੀ ਮਜਬੂਰੀ ਹੈ। ਉਸਨੇ ਉਸ ਅਸਰਾਜ ਦੇ ਬਾਹਾਂ ਕੱਟ ਦਿੱਤੀਆਂ। ਉਹ ਟੁੰਡਾ ਹੋ ਗਿਆ ਔਰ ਉਸ ਨੂੰ ਬਾਹਾਂ ਲਿਆ ਕੇ ਉਸ ਨੂੰ ਦਿਖਾ ਦਿੱਤੀਆਂ ਕਿ ਮੈਂ ਤੇਰੇ ਪੁੱਤਰ ਨੂੰ ਮਾਰ ਦਿੱਤਾ ਹੈ, ਰਾਜਕੁਮਾਰ ਨੂੰ ਮਾਰ ਦਿੱਤਾ ਹੈ। ਉਹ ਅਸਰਾਜ ਧੱਕੇ ਖਾਂਦਾ, ਬੁਰੀ ਹਾਲਤ ਵਿੱਚ ਕਿਧਰੇ ਨਵੇਂ ਸ਼ਹਿਰ ਦੇ ਵਿੱਚ ਜਿਸ ਵੇਲੇ ਦਾਖਲ ਹੋਇਆ, ਉੱਥੇ ਦਾ ਰਾਜਾ ਮਰ ਚੁੱਕਾ ਸੀ। ਉਸ ਸ਼ਹਿਰ ਵਾਲਿਆਂ ਨੇ, ਨਗਰ ਵਾਸੀਆਂ ਨੇ, ਉਸ ਰਾਜ ਵਾਲਿਆਂ ਨੇ ਇਸ ਅਸਰਾਜ ਨੂੰ ਸਮਝਿਆ ਕਿ ਇਹ ਰੱਬ ਨੇ ਸਾਡੇ ਲਈ ਭੇਜਿਆ ਹੈ, ਉਸ ਨੂੰ ਗੱਦੀ ਦੇ ਉੱਤੇ ਬਿਠਾ ਦਿੱਤਾ। ਸਿਆਣਾ ਸੀ, ਰਾਜਕੁਮਾਰ ਸੀ, ਇਖਲਾਕ ਵਾਲਾ ਸੀ। ਇਸ ਨੇ ਬਹੁਤ ਸੋਹਣੇ ਢੰਗ ਨਾਲ ਰਾਜ ਚਲਾਇਆ। ਚਾਰੇ ਪਾਸੇ ਕਾਲ ਪੈ ਗਿਆ। ਇਸ ਦੇ ਬਾਪ ਨੇ ਵੀ ਆਪਣੇ ਵਜ਼ੀਰ ਨੂੰ ਭੇਜਿਆ ਕਿ ਉਹ ਫਲਾਣੇ ਰਾਜ ਵਿੱਚ ਚਲਾ ਜਾ, ਉੱਥੋਂ ਕੁਝ ਇਮਦਾਦ ਲੈ ਕੇ ਆ, ਕੁਝ ਮਦਦ ਲੈ ਕੇ ਆ। ਜਿਸ ਵੇਲੇ ਵਜ਼ੀਰ ਆਇਆ, ਉਸਨੇ ਦੇਖਿਆ ਸਾਹਮਣੇ ਸਿੰਘਾਸਨ ਦੇ ਉੱਤੇ ਅਸਰਾਜ ਬੈਠਾ ਸੀ, ਉਹ ਟੁੰਡਾ। ਉਹ ਵਾਪਸ ਮੁੜ ਆਇਆ ਔਰ ਉਸਨੇ ਆ ਕੇ ਰਾਜੇ ਨੂੰ ਕਿਹਾ ਕਿ ਦਰਅਸਲ ਮੈਂ ਤੇਰੇ ਬੇਟੇ ਨੂੰ ਮਾਰਿਆ ਨਹੀਂ, ਮੈਂ ਉਸਦੇ ਹੱਥ ਵੱਢ ਦਿੱਤੇ ਸੀ। ਉਹ ਉਸ ਥਾਂ ਦਾ, ਉਸ ਨਵੇਂ ਦੇਸ਼ ਦਾ ਰਾਜਾ ਹੈ ਔਰ ਬਹੁਤ ਚੰਗੇ ਢੰਗ ਨਾਲ ਉਹ ਰਾਜ ਚਲਾ ਰਿਹਾ ਹੈ। ਰਾਜਾ ਉਸੇ ਵੇਲੇ ਸਿੰਘਾਸਨ ਤੋਂ ਉਤਰ ਗਿਆ ਔਰ ਉਤਰ ਕੇ ਉਸਨੇ ਕਿਹਾ, ਅੱਜ ਤੋਂ ਬਾਅਦ ਇਹ ਰਾਜ ਵੀ ਉਸੇ ਅਸਰਾਜ ਦਾ ਹੈ। ਰਾਜਸਥਾਨ ਵਿੱਚ ਉਸ ਅਸਰਾਜ, ਟੁੰਡੇ ਅਸਰਾਜ ਨੂੰ ਸ਼ਰਧਾਂਜਲੀ ਦੇਣ ਲਈ, ਉਹਦਾ ਗੁਣਗਾਨ ਲਈ ਵਾਰਾਂ ਗਾਈਆਂ ਗਈਆਂ। ਗੁਰੂ ਨਾਨਕ ਸਾਹਿਬ ਨੇ ਵੀ ਸਭ ਤੋਂ ਅਹਿਮ ਵਾਰ ਜਿਹੜੀ ਰੋਜ਼ ਪੜ੍ਹੀ ਜਾਣੀ ਹੈ, ਉਹਨਾਂ ਨੇ ਕਿਹਾ, ਟੁੰਡੇ ਅਸਰਾਜੇ ਕੀ ਧੁਨੀ ਗਾਵਣਾ। ਦਰਅਸਲ ਅਸ਼ਲੀਲਤਾ ਨਹੀਂ, ਅਸ਼ਲੀਲਤਾ ਤਾਂ ਲੋਕਾਂ ਦੇ ਦਿਮਾਗ ਵਿੱਚ ਹੈ। ਵਿਚਕਾਰਲੀ ਉਂਗਲ ਨੂੰ ਚੁੱਕ ਦੇਣਾ, ਉਹ ਵੀ ਅਸ਼ਲੀਲਤਾ ਹੈ, ਲਫ਼ਜ਼ਾਂ ਨਾਲ ਨਹੀਂ। ਇੰਗਲੈਂਡ ਵਿੱਚ ਰਾਣੀ ਦਾ ਉੱਚੀ ਹੱਸਣਾ ਵੀ ਅਸ਼ਲੀਲਤਾ ਹੈ। ਦਰਅਸਲ ਕਿਸੇ ਦੀ ਮੰਦੀ ਭਾਵਨਾ ਨੂੰ ਉਜਾਗਰ ਕਰਨਾ, ਇਹ ਜਿਹੜਾ ਕਾਰਜ ਹੋਏ, ਉਹ ਅਸ਼ਲੀਲਤਾ ਹੁੰਦਾ ਹੈ। ਪਰ ਅਗਰ ਮਕਸਦ ਸਹੀ ਹੈ, ਲਫ਼ਜ਼ਾਂ ਦੇ ਨਾਲ ਅਸ਼ਲੀਲਤਾ ਨਹੀਂ ਹੁੰਦੀ। ਹੁਣ ਵੀ ਜੋ ਕੁਛ ਇਹ ਜੋ ਕਾਰਾ ਹੋਇਆ ਹੈ, ਜੋ ਜ਼ੁਲਮ ਹੋਇਆ ਹੈ, ਇਸ ਦੀਆਂ ਕਿਤਾਬਾਂ ਬਣਨਗੀਆਂ, ਇਸ ਦੀ ਅਦਾਲਤ ਵਿੱਚ ਜਾਏਗੀ, ਇਹਦੀਆਂ ਸਾਰੀਆਂ ਪ੍ਰੋਸੀਡਿੰਗਸ ਹੋਣਗੀਆਂ। ਇਹ ਸਾਰਾ ਕੁਝ ਛਪ ਵੀ ਰਿਹਾ, ਛਪੇਗਾ ਵੀ, ਪਰ ਉਸ ਨੂੰ ਜ਼ਾਹਿਰ ਕਰਨਾ ਇਹ ਅਸ਼ਲੀਲਤਾ ਨਹੀਂ ਹੁੰਦੀ। ਬਿਲਕੁਲ ਅਸਰਾਜੇ ਦੀ ਧੁਨੀ, ਟੁੰਡੇ ਅਸਰਾਜ ਵਾਲੇ ਉਸ ਗੱਲ ਦੇ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਉਸੇ ਹਵਾਲਾ, ਜਿਸ ਤਰ੍ਹਾਂ ਹੋਰ ਵੀ ਸਾਡੇ ਕੋਲ ਇਤਿਹਾਸ ਵਿੱਚ, ਸਾਡੇ ਸਾਹਿਤ ਵਿੱਚ ਹਵਾਲਾ ਹੈ ਲੂਣਾ ਦਾ, ਪੂਰਨ ਦਾ, ਉਹ ਕੀ ਹੈ? ਬਿਲਕੁਲ ਇਸੇ ਤਰ੍ਹਾਂ ਦੀਆਂ ਕਥਾਵਾਂ ਦਾ ਉਹ ਸੰਗ੍ਰਹਿ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਇਹਨਾਂ ਚੀਜ਼ਾਂ ਦਾ ਹਵਾਲਾ ਦਿੰਦਿਆਂ ਹੋਇਆਂ ਚਿੱਤਰ ਸਿੰਘ ਨਾਮ ਦੇ ਇੱਕ ਰਾਜੇ ਦਾ ਜ਼ਿਕਰ ਕੀਤਾ, ਜਿਹੜਾ ਕਿ ਆਪਣੇ ਬੱਚਿਆਂ ਤੋਂ ਛੋਟੀ ਉਮਰ ਦੀ ਰਾਣੀ ਉੜੀਸਾ ਤੋਂ ਲੈ ਆਇਆ ਔਰ ਉਸ ਔਰਤ ਨੇ ਵੀ ਇਸ ਦੇ ਰਾਜਕੁਮਾਰ ਦੇ ਨਾਲ ਮੰਦੀ ਵਾਸ਼ਨਾ ਨਾਲ ਜਦੋਂ ਉਸ ਨੂੰ ਪ੍ਰੇਰਿਤ ਕੀਤਾ, ਉਸ ਦੇ ਇਨਕਾਰ ਕਰਨ ਤੇ ਉਸ ਰਾਣੀ ਨੇ ਆਪਣੇ ਕੱਪੜੇ ਫਾੜ ਲਏ, ਆਪਣੇ ਸਰੀਰ ਦੇ ਉੱਤੇ ਆਪਣੇ ਨਾਖੂਨਾਂ ਦੇ ਨਾਲ ਜ਼ਖਮ ਕਰ ਲਏ ਔਰ ਰਾਜੇ ਕੋਲ ਜਾ ਕੇ ਸ਼ਿਕਾਇਤ ਕੀਤੀ। ਰਾਜੇ ਨੇ ਉਸ ਪੁੱਤਰ ਨੂੰ ਕਿਹਾ, ਵਜ਼ੀਰ ਨੂੰ ਕਿਹਾ, ਇਸ ਨੂੰ ਜਾਨੋਂ ਮਾਰ ਦਿਓ। ਉਸ ਵਜ਼ੀਰ ਨੇ ਕਿਹਾ, ਠੀਕ ਹੈ, ਇਸ ਨੂੰ ਬੰਦੀ ਖਾਨੇ 'ਚ ਪਾਉਂਦੇ ਹਾਂ, ਇਸ ਨੂੰ ਕੈਦ ਕਰਦੇ ਹਾਂ, ਪਰ ਮੈਂ ਤੈਨੂੰ ਕੁਝ ਕਹਾਣੀਆਂ ਸੁਣਾਉਣੀਆਂ ਹਨ। ਇਹਨਾਂ ਸਾਹਿਤ ਦੇ ਹਵਾਲਿਆਂ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਫਿਰ ਕਮਾਲ ਦੇ ਸਾਹਿਤ ਦੀ ਰਚਨਾ ਕੀਤੀ ਔਰ ਉਸ ਦੇ ਵਿੱਚ ਉਹਨਾਂ ਨੇ ਜਿਹੜੇ ਨਿਸ਼ਾਨੇ ਦਿੱਤੇ, ਉਹਨਾਂ ਨੇ ਕਿਹਾ, ਬਿੱਛੂ ਬਿਸੀਅਰ ਬੇਸਵਾ ਕਹੋ ਕਵਨ ਕੇ ਮੀਤ, ਰੀਤ ਨਾ ਜਾਣਤ ਪ੍ਰੀਤ ਕੀ ਪੈਸਨ ਕੀ ਪ੍ਰਤੀਤ। ਇਹ ਹਵਾਲਾ ਹੈ, ਇਹ ਉਸ ਦਾ ਮਕਸਦ ਸੀ। ਉਹਨਾਂ ਨੇ ਕਿਹਾ, ਸੁਧ ਜਬ ਤੇ ਹਮ ਧਰੀ ਬਚਨ ਗੁਰਦਏ ਹਮਾਰੇ,
पूत एहे प्रण तोहे, प्राण लग जब गठ थारे, निज नारी के साथ नेह तुम नित बढ़इयो, पर नारी की सेज भूल सुपने हो ना जइयो। ਜਿਹੜੇ ਹਵਾਲੇ ਗੁਰੂ ਸਾਹਿਬ ਨੇ ਦਿੱਤੇ ਉਹ ਹਵਾਲੇ ਦਿੱਤੇ ਇੰਦਰ ਦਾ, ਚੰਦਰ ਦਾ, ਚੰਦਰਮਾ ਦਾ। ਜਿਹੜੇ ਹਵਾਲੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਆਏ ਕਿ ਅਹਿਲਿਆ, ਇਹ ਸਾਰੇ ਵਿਸਥਾਰ ਦੀ ਗੱਲ ਹੈ। ਪਰ ਇੱਕ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਖੀਰ ਦੇ ਵਿੱਚ ਨਿਸ਼ਚਿਤ ਕੀਤੀ। ਉਹਨਾਂ ਨੇ ਕਿਹਾ, ਇਹ ਯਕੀਨ ਜਾਣੋ ਜੇ ਕਿਸੇ ਨੇ ਕੁੱਤੇ ਦੀ ਮੌਤ ਮਰਨਾ ਹੈ, ਬਹੁਤ ਸਖਤ ਲਫ਼ਜ਼ ਹਨ, ਜੇ ਕਿਸੇ ਨੇ ਕੁੱਤੇ ਦੀ ਮੌਤ ਮਰਨਾ ਹੈ ਤਾਂ ਉਸ ਲਈ ਆਸਾਨ ਤਰੀਕਾ ਹੈ ਇਹ ਪਰਤ੍ਰੇ ਦੇ ਨਾਲ ਆਪਣੇ ਸੰਬੰਧ ਸਥਾਪਿਤ ਕਰ ਲਵੇ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਮਕਸਦ ਸੀ। ਆਚਰਣ ਦੀ ਉੱਚਤਾ ਨੂੰ ਇਤਨਾ ਵੱਡਪਣ ਦੇ ਦੇਣਾ, ਇਤਨੀ ਅਹਿਮੀਅਤ ਦੇ ਦੇਣੀ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲ ਇੱਕ ਵਿਅਕਤੀ ਰੋਂਦਾ ਹੋਇਆ ਆਇਆ। ਹਜ਼ੂਰ ਨੇ ਪੁੱਛਿਆ ਕੀ ਹੋਇਆ? ਕਹਿਣ ਲੱਗਾ ਕਿ ਤੁਰਕਾਂ ਮੋਕੋ ਤੁਰਕ ਕਰ ਛੱਡਿਆ, ਮੇਰਾ ਧਰਮ ਖਤਮ ਹੋ ਗਿਆ, ਮੈਨੂੰ ਧਰਮ ਭ੍ਰਸ਼ਟ ਕਰ ਦਿੱਤਾ। ਉਹਨਾਂ ਨੇ ਕਿਹਾ ਕਿਸ ਤਰ੍ਹਾਂ? ਕਹਿਣ ਲੱਗਾ ਉਹਨਾਂ ਨੇ ਮੈਨੂੰ ਕਲਮਾ ਪੜ੍ਹਾ ਦਿੱਤਾ। ਹਜ਼ੂਰ ਨੇ ਕਿਹਾ ਬੜੀ ਚੰਗੀ ਗੱਲ ਹੈ, ਮੈਂ ਵੀ ਪੜ੍ਹਿਆ ਹੈ ਔਰ ਮੈਂ ਵੀ ਪੜ੍ਹਦਾ ਹਾਂ, ਅੱਛਾ ਹੈ, ਉਸ ਨੂੰ ਯਾਦ ਕਰ, ਸਮਝਣ ਦੀ ਕੋਸ਼ਿਸ਼ ਕਰ। ਉਹ ਕਹਿਣ ਲੱਗਾ ਉਹਨਾਂ ਨੇ ਮੇਰੀ ਸੁੰਨਤ ਕਰ ਦਿੱਤੀ ਹੈ। ਹਜ਼ੂਰ ਨੇ ਕਿਹਾ ਬਾਣੀ ਨੇ ਦੱਸਿਆ ਹੈ ਸੁੰਨਤ ਕੀਏ ਤੁਰਕ ਜੇ ਹੋਏਗਾ, ਔਰਤ ਕਾ ਕਿਆ ਕਰੀਏ, ਸੁੰਨਤ ਕਰਨ ਨਾਲ ਤੁਰਕ ਨਹੀਂ ਹੋਏਗਾ। ਉਹ ਕਹਿਣ ਲੱਗਾ ਉਹਨਾਂ ਨੇ ਮੈਨੂੰ ਜ਼ਬਰਦਸਤੀ ਗਾਂ ਦਾ ਮਾਸ ਵੀ ਖਵਾ ਦਿੱਤਾ ਹੈ। ਗੁਰੂ ਸਾਹਿਬ ਨੇ ਕਿਹਾ, ਦਿਲਾਸਾ ਦਿੱਤਾ, ਹੌਸਲਾ ਦਿੱਤਾ, ਤੂੰ ਮੇਰਾ ਸਿੱਖ ਹੈ, ਤੂੰ ਬਿਲਕੁਲ ਸਹੀ ਹੈ, ਹੋਰ ਕੁਛ ਤਾਂ ਨਹੀਂ ਕੀਤਾ। ਕਹਿਣ ਲੱਗਾ ਨਹੀਂ, ਹੋਰ ਨਹੀਂ। ਹਜ਼ੂਰ ਨੇ ਕਿਹਾ ਤੂੰ ਬਿਲਕੁਲ ਸਹੀ ਹੈ ਔਰ ਮੇਰਾ ਸਿੱਖ ਹੈ। ਜਦੋਂ ਚਲਾ ਗਿਆ, ਸਿੱਖਾਂ ਨੇ ਪੁੱਛਿਆ ਸੱਚੇ ਪਾਤਸ਼ਾਹ, ਜੇਕਰ ਸੁੰਨਤ ਕਰਨ ਨਾਲ ਤੁਰਕ ਨਹੀਂ ਹੋਏਗਾ, ਜੇਕਰ ਉਹ ਗਾਂ ਦਾ ਮਾਸ ਖਾ ਲੈਣ ਦੇ ਨਾਲ ਤੁਰਕ ਨਹੀਂ ਹੋਏਗਾ, ਜੇ ਕਲਮਾ ਪੜ੍ਹ ਲੈਣ ਨਾਲ ਤੁਰਕ ਨਹੀਂ ਹੋਏਗਾ, ਤਾਂ ਫਿਰ ਤੁਰਕ ਕਿਸ ਤਰ੍ਹਾਂ ਹੋਏਗਾ? ਹਜ਼ੂਰ ਨੇ ਕਿਹਾ ਤੁਰਕ ਹੋਏਗਾ ਤੁਰਕਣੀ ਦਾ ਸੰਗ ਕਰਨ ਦੇ ਨਾਲ। ਬੰਦੇ ਨੂੰ ਜ਼ਬਰਦਸਤੀ ਉਸ ਦੇ ਕੋਲੋਂ ਇਹ ਸਰੀਰਕ ਕਿਰਿਆਵਾਂ ਕਰਾਈਆਂ ਜਾ ਸਕਦੀਆਂ ਹਨ, ਉਸ ਨੂੰ ਜ਼ਬਰਦਸਤੀ ਧਰਮ ਤੋਂ ਡਿਗਾਇਆ ਜਾ ਸਕਦਾ ਹੈ, ਪਰ ਆਚਰਣ ਤੋਂ ਕੋਈ ਜ਼ਬਰਦਸਤੀ, ਕੋਈ ਤਾਕਤ ਨਹੀਂ ਗਿਰਾ ਸਕਦੀ। ਹਜ਼ੂਰ ਨੇ ਇੱਕ ਪੈਗਾਮ ਦਿੱਤਾ ਕਿ ਧਰਮ ਤੋਂ ਡਿੱਗੇ ਬੰਦੇ ਨੂੰ ਦਿਲਾਸਾ ਦੇਣ ਦੀ ਲੋੜ ਹੈ, ਪਰ ਆਚਰਣ ਤੋਂ ਡਿੱਗੇ ਬੰਦੇ ਲਈ ਧਰਮ ਵਿੱਚ ਵੀ ਕੋਈ ਥਾਂ ਨਹੀਂ। ਅਗਰ ਇਹ ਗੱਲ ਸਾਡੇ ਜ਼ਿਹਨ ਵਿੱਚ ਆ ਜਾਏ, ਅਗਰ ਇਸ ਦੀ ਅਹਿਮੀਅਤ ਨੂੰ ਸਮਝ ਲਈਏ, ਫਿਰ ਗੁਰੂ ਨਾਲ ਸਾਡੀ ਨੇੜਤਾ ਬਣ ਆਏਗੀ। ਇੱਕ ਸਮਾਂ ਹੈ ਛੋਟੇ ਜਿਹੇ ਬ੍ਰੇਕ ਦਾ, ਅਸੀਂ ਇਸ ਪ੍ਰੋਗਰਾਮ ਨੂੰ ਇਸੇ ਰਫ਼ਤਾਰ ਨਾਲ ਜਾਰੀ ਰੱਖਾਂਗੇ। ਤੁਸੀਂ ਬ੍ਰੇਕ ਦੇ ਬਾਅਦ ਜ਼ਰੂਰ ਆਪ ਗੱਲਬਾਤ ਕਰਾਂਗੇ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਤੁਸੀਂ ਸਾਨੂੰ ਕਾਲਸ ਕਰ ਸਕਦੇ ਹੋ ਸਟੂਡੀਓ ਦੇ ਦਿੱਤੇ ਹੋਏ ਨੰਬਰਾਂ ਦੇ ਉੱਤੇ ਔਰ ਆਪਣੇ ਵਿਚਾਰ ਸਾਨੂੰ ਦੱਸ ਸਕਦੇ ਹੋ। ਤੁਸੀਂ ਸਾਡੀ ਅਗਵਾਈ ਕਰੋ ਕਿ ਆਚਰਣ ਦੇ ਵਿੱਚ ਅਗਰ ਕਮੀ ਆਏਗੀ, ਆਚਰਣ ਦੇ ਵਿੱਚ ਆਈ ਹੋਈ ਤਰੇੜ ਸਾਨੂੰ ਗੁਰੂ ਨਾਲੋਂ ਤੋੜ ਦੇਗੀ, ਸਾਨੂੰ ਸਮਾਜ ਨਾਲੋਂ ਤੋੜ ਦੇਗੀ, ਔਰ ਜਿਵੇਂ ਗੁਰੂ ਸਾਹਿਬ ਦਾ ਹੁਕਮ ਹੈ ਕਿ ਇਹ ਸਾਨੂੰ ਕੁੱਤੇ ਦੀ ਮੌਤ ਜਿਹੜੀ ਹੈ ਉਸ ਵੱਲ ਪਹੁੰਚਾਏਗੀ। ਹਜ਼ੂਰ ਨੇ ਕਿਹਾ ਏਕ ਮਦੀ ਦੂਜੇ ਤਰੁਣ ਤੀਜੇ ਅਤ ਧਨ ਧਾਮ। ਇੱਕ ਸ਼ਰਾਬੀ ਹੋਏ, ਦੂਜਾ ਜਵਾਨੀ ਹੋਏ, ਤੀਜਾ ਘਰ-ਬਾਰ ਚੰਗਾ ਹੋਏ, ਪੈਸਾ ਚੰਗਾ ਹੋਏ। ਏਕ ਮਦੀ ਦੂਜੇ ਤਰੁਣ ਤੀਜੇ ਅਤ ਧਨ ਧਾਮ। ਪਾਪ ਕਰੇ ਬਿਨ ਕਿਉਂ ਬਚੇ, ਬਚੇ ਬਚਾਵੇ ਰਾਮ। ਇਹ ਤਾਂ ਪਰਮਾਤਮਾ ਹੀ ਬਚਾ ਸਕਦਾ ਹੈ। ਸਲੀਮ ਅਲੀ ਬੜੇ ਚੰਗੇ ਬਰਡ ਵਾਚਰ ਸਨ, ਦੁਨੀਆ ਦੇ ਮੰਨੇ ਹੋਏ ਸਾਇੰਸਦਾਨ ਸਨ, ਜਿਹੜੇ ਪੰਛੀਆਂ ਬਾਰੇ ਬਹੁਤ ਜਾਣਕਾਰੀ ਰੱਖਦੇ ਸਨ। ਉਹਨਾਂ ਨੂੰ ਕਿਸੇ ਨੇ ਇੰਟਰਵਿਊ 'ਚ ਪੁੱਛਿਆ ਸੀ ਕਿ ਡੂ ਦੀ ਬਰਡਸ ਆਲਸੋ ਹੈਵ ਦੀ ਫੀਲਿੰਗ ਆਫ ਹੇਟਰੇਡ, ਲਸਟ, ਐਂਗਰ, ਕਿ ਉਹਨਾਂ ਦੇ ਅੰਦਰ ਵੀ ਇਹ ਅਖਲਾਕਹੀਣਤਾ ਜਾਂ ਦੂਜੀਆਂ ਚੀਜ਼ਾਂ ਹਨ?
ਉਹ ਕਹਿਣ ਲੱਗੇ ਨੋ 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 ਨੋ, ਦੇ ਆਰ ਨਾਟ ਸਿਵਲਾਈਜ਼ਡ ਲਾਈਕ ਅਸ। ਐਕਚੁਅਲੀ ਇਹ ਜਿਹੜੀ ਸਿਵਲਾਈਜੇਸ਼ਨ ਦੀਆਂ ਜਿਹੜੀਆਂ ਅਸੀਂ ਪ੍ਰੋਗਰੈਸ ਕਰਨ ਦੀਆਂ ਜਿਹੜੀਆਂ ਨਿਸ਼ਾਨੀਆਂ ਦੇਖ ਰਹੇ ਹਾਂ, ਜਾਂ ਸਾਨੂੰ ਜਿਹੜਾ ਭੁਲੇਖਾ ਪੈ ਚੁੱਕਾ ਹੈ, ਉਹ ਇਖਲਾਕੀ ਕਦਰਾਂ ਕੀਮਤਾਂ ਤੋਂ ਟੁੱਟ ਕੇ ਅਸੀਂ ਇਸ ਪਾਸੇ ਜਾ ਰਹੇ ਹਾਂ। ਇੱਕ ਗੱਲ ਕਹਿਣ ਵਿੱਚ ਕੋਈ ਗਲਤ ਗੱਲ ਨਹੀਂ ਕਿ ਅੱਜ ਦੇ ਇੱਥੋਂ ਦੇ ਸਮਾਜ ਵਿੱਚ ਵੀ ਜਿਹੜੇ ਲੋਕਾਂ ਨੂੰ ਸਹੀ ਦਿਸ਼ਾ ਦਿਖਾਉਂਦੇ ਹਨ, ਓਪਰਾ ਦਾ ਇੱਕ ਪੈਗਾਮ ਬਹੁਤ ਸਪਸ਼ਟ ਸਮਝ ਵਿੱਚ ਆਉਂਦਾ ਹੈ, ਜਿਹੜਾ ਉਸਨੇ ਉਹਨਾਂ ਬੱਚੀਆਂ ਨੂੰ, ਉਹਨਾਂ ਲੜਕੀਆਂ ਨੂੰ ਮੁਖਾਤਬ ਕਰਕੇ ਦਿੱਤਾ ਸੀ। ਉਹ ਕਹਿਣ ਲੱਗੀ, ਤੁਹਾਡੀ ਬਾਡੀ, ਤੁਹਾਡਾ ਸਰੀਰ ਬਹੁਤ ਕੀਮਤੀ ਹੈ, ਨਾ ਇਜਾਜ਼ਤ ਦਿਓ ਜਿਹੜਾ ਮਰਜ਼ੀ ਆ ਕੇ ਇਸ ਨੂੰ ਡਸਟਬਿਨ ਬਣਾ ਕੇ ਆਪਣਾ ਗੰਦ ਇਹਦੇ ਵਿੱਚ ਪਾ ਕੇ ਚਲਾ ਜਾਏ। ਪੂਰਨ ਸਿੰਘ ਨੇ ਕਿਹਾ ਸੀ, ਇਹ ਸਰੀਰ ਹਰਮੰਦਰ ਹੈ, ਇਹ ਤੁਰਦਾ ਫਿਰਦਾ ਹਰਮੰਦਰ ਹੈ, ਇਸ ਦੇ ਵਿੱਚ ਕੋਈ ਗਲਤ ਚੀਜ਼ ਨਹੀਂ ਪੈਣੀ ਚਾਹੀਦੀ। ਉਹਨਾਂ ਨੇ ਕਿਹਾ, ਕਿਉਂਕਿ ਇਹ ਹਰਮੰਦਰ ਹੈ, ਇਸ ਲਈ ਇਹ ਹਰਮੰਦਰ ਹਰ ਵੇਲੇ ਰੱਜਿਆ ਕੱਜਿਆ ਤੇ ਸਜਿਆ ਰਹਿਣਾ ਚਾਹੀਦਾ ਹੈ। ਸੋ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਔਰ ਆਪਣੇ ਵਿਚਾਰ ਦੇ ਸਕਦੇ ਹੋ ਕਿ ਇਸ ਵਿਸ਼ੇ ਦੇ ਉੱਤੇ ਕਿ ਕੀ ਕਰਨਾ ਚਾਹੀਦਾ ਹੈ, ਜਾਂ ਸਾਡੇ ਕੋਲ ਕੀ ਇਹਦੇ ਲਈ ਅਸੀਂ ਕੀ ਕਰ ਸਕਦੇ ਹਾਂ। ਦੂਸਰੇ ਪਾਸੇ ਜਿਹੜੀ ਬਹੁਤ ਅਹਿਮ ਗੱਲ ਹੈ, ਇਤਿਹਾਸ ਨੇ ਜਦੋਂ ਗੁਰੂ ਸਾਹਿਬ ਨੇ ਇਸ ਕੁਰਹਿਤ ਨੂੰ, ਇਸ ਗਿਰਾਵਟ ਨੂੰ ਉਹਨਾਂ ਨੇ ਅੰਮ੍ਰਿਤ ਦੀ ਦਾਤ ਦੇਣ ਲੱਗਿਆਂ 4 ਬਜਰ ਕੁਰਹਿਤਾਂ ਦੇ ਵਿੱਚ ਇੱਕ ਬਜਰ ਕੁਰਹਿਤ ਵਿੱਚ ਇਸ ਨੂੰ ਸ਼ਾਮਿਲ ਕਰ ਦਿੱਤਾ, ਤਾਂ ਕਿ ਅਗਰ ਇਹ ਕੋਈ ਕੁਰਹਿਤ ਕਰਦਾ ਹੈ ਤਾਂ ਉਹ ਉਸ ਦਾ ਨਾਤਾ ਗੁਰੂ ਨਾਲੋਂ ਟੁੱਟ ਜਾਂਦਾ ਹੈ। ਔਰ ਇਸ ਦੇ ਉੱਤੇ ਕਿਸ ਬਾਖੂਬੀ ਸਾਰਿਆਂ ਨੇ ਪਹਿਰਾ ਦਿੱਤਾ, ਭਾਵੇਂ ਉਹ ਅਕਾਲ ਤਖਤ ਸਾਹਿਬ ਦੇ ਉੱਤੇ ਜਦੋਂ ਇੱਕ ਬ੍ਰਾਹਮਣ ਦੀ ਲੜਕੀ ਨੂੰ ਛੁਡਾਉਣ ਦੀ ਗੱਲ ਸੀ ਜਾਂ ਹੋਰ ਕੋਈ ਗੱਲ ਸੀ, ਉਹਨਾਂ ਨੇ ਆਪਣੀਆਂ ਜਾਨਾਂ ਹੂਲ ਕੇ ਇਸ ਦੇ ਉੱਤੇ ਕਾਇਮ ਰਹੇ। ਇੱਕ ਬ੍ਰੇਕ ਅਸੀਂ ਆਪਣੀ ਕਾਲ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਹੈਲੋ ਹੈਲੋ ਹੈਲੋ, ਹਾਂਜੀ, ਕੌਣ ਬੋਲ ਰਹੇ ਜੀ? ਹਾਂਜੀ, ਲਾਂਬਾ ਜੀ, ਵਾਹਿ ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ ਜੀ? ਚਲੋ ਲਾਂਬਾ ਜੀ, ਨਾਮ ਤੇ ਨਾ ਪੁੱਛੋ, ਤੇ ਪਰ ਮੈਨੂੰ ਬੜੀ ਖੁਸ਼ੀ ਹੋਈ ਤੁਹਾਨੂੰ ਦੇਖ ਕੇ ਜੀ। ਤੁਸੀਂ ਬੜਾ ਹੀ ਸੋਹਣਾ ਵਿਚਾਰ ਕਰ ਰਹੇ ਹੋ। ਮੈਂ ਪ੍ਰਮਾਤਮਾ ਦੀ ਅਰਦਾਸ ਕਰਦਾ ਕਿ ਅਕਾਲ ਪੁਰਖ ਤੁਹਾਨੂੰ ਤੰਦਰੁਸਤੀ ਬਖਸ਼ੇ ਜੀ ਜੀ। ਔਰ ਤੁਸੀਂ ਇਹੋ ਜਿਹੇ ਸੋਹਣੇ ਸੋਹਣੇ ਪ੍ਰੋਗਰਾਮ ਜਿਹੜੇ ਕਿ ਦਿਲ ਨੂੰ ਸਕੂਨ ਦੇਣ ਵਾਲੇ ਨੇ ਔਰ ਆਮ ਪਬਲਿਕ ਨੂੰ, ਆਮ ਦੁਨੀਆ ਨੂੰ, ਆਉਣ ਵਾਲੀ ਪੀੜ੍ਹੀ ਨੂੰ, ਆਉਣ ਵਾਲੀ ਨਸਲ ਨੂੰ ਜੀ ਰਾਹੇ ਚਲਾਉਣ ਵਾਲੇ ਦਿਖਦੇ ਨੇ, ਤੁਸੀਂ ਇਹੋ ਜਿਹੇ ਪ੍ਰੋਗਰਾਮ ਦਿੰਦੇ ਹੋ। ਠੀਕ, ਤੁਹਾਡਾ ਬਹੁਤ ਬਹੁਤ ਧੰਨਵਾਦ। ਕਿਰਪਾ ਕਰਕੇ ਇਹਨੂੰ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਹੈ। ਤੇ ਗੁਰੂ ਸਾਹਿਬ ਨੇ ਜਿਹੜਾ ਇਸ ਚੀਜ਼ ਨੂੰ ਇਤਨੀ ਅਹਿਮੀਅਤ ਦਿੱਤੀ, ਜਿਹੜਾ ਭਾਈ ਜੋਗਾ ਸਿੰਘ ਦਾ ਕੌਤਕ ਉਹਨਾਂ ਨੇ ਖੁਦ ਕਰਕੇ ਵਿਖਾਇਆ। ਭਾਈ ਜੋਗਾ ਸਿੰਘ ਜਦੋਂ ਥੋੜਾ ਥਿੜਕਣ ਲੱਗਾ, ਜਿਸ ਵੇਲੇ ਥਿੜਕ ਰਿਹਾ ਸੀ, ਤਾਂ ਹਜ਼ੂਰ ਨੇ ਸਾਰੀ ਰਾਤ ਉਸ ਦੇ ਉੱਤੇ ਪਹਿਰਾ ਦਿੱਤਾ ਉਸ ਦੇ ਲਈ। ਔਰ ਗੁਰੂ ਸਾਹਿਬ ਨੇ ਨਾ ਕੇਵਲ ਪਹਿਰਾ ਦਿੱਤਾ, ਬਲਕਿ ਜੇਕਰ ਇਹ ਕਿਹਾ ਸੀ ਉਸ ਬੱਚੇ ਦੇ ਮਾਂ-ਬਾਪ ਨੇ, ਇਹ ਤੁਹਾਡੇ ਜੋਗਾ ਹੈ, ਤਾਂ ਗੁਰੂ ਸਾਹਿਬ ਨੇ ਵੀ ਕਿਹਾ, ਅਗਰ ਇਹ ਮੇਰੇ ਜੋਗਾ ਹੈ ਤਾਂ ਮੈਂ ਵੀ ਇਸ ਦੇ ਜੋਗਾ ਹਾਂ। ਸੋ ਇਹ ਜਿਹੜਾ ਪੈਗਾਮ ਸੀ, ਇਹ ਜੋ ਸੁਨੇਹਾ ਸੀ, ਇਸ ਨੂੰ ਕਿਤਨੀ ਦ੍ਰਿੜਤਾ ਨਾਲ ਦਿਖਾਇਆ। ਸੋ ਇੱਕ ਤਾਂ ਅਸੀਂ ਆਪਣੇ ਨਜ਼ਰੀਏ ਤੋਂ ਇਹ ਨਹੀਂ ਕਹਿੰਦੇ ਕਿ ਕੇਵਲ ਇਹੀ ਰਸਤਾ ਹੈ, ਕੇਵਲ ਇਹੀ ਢੰਗ ਹੈ। ਅਸੀਂ ਆਪ ਨੂੰ ਇੱਕ ਹੋਰ ਵੀ ਤਰੀਕਾ, ਇੱਕ ਹੋਰ ਜੋ ਕਾਰਗਰ ਕੀਤਾ ਗਿਆ, ਇਸੇ ਦੇ ਵਿੱਚੋਂ ਨਿਕਲਿਆ ਹੋਇਆ ਹੈ, ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ, ਪਰ ਇੱਕ ਕਾਲ ਦੇ ਬਾਅਦ। ਹੈਲੋ ਹੈਲੋ, ਹਾਂਜੀ, ਕੌਣ ਬੋਲ ਰਹੇ ਜੀ? ਬੋਲ ਰਿਹਾ ਜੀ। ਹਾਂਜੀ ਹਾਂਜੀ, ਬੋਲੋ ਜੀ, ਹੁਕਮ ਕਰੋ। ਤੁਸੀਂ ਬੋਲੋ। ਮੈਂ ਲਾਂਬਾ ਗੁਰਚਰਨਜੀਤ ਸਿੰਘ। ਹਾਂ, ਤੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਪਰ ਤੁਹਾਡੀ ਆਵਾਜ਼ ਹਾਂਜੀ ਹਾਂਜੀ, ਹੁਕਮ ਕਰੋ, ਤੁਹਾਡੀ ਆਵਾਜ਼ ਆ ਰਹੀ ਹੈ। ਤੁਸੀਂ ਲਾਂਬਾ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਲਾਂਬਾ ਸਾਹਿਬ, ਬੜੀ ਖੁਸ਼ੀ ਹੋਈ ਹੈ ਕਿ ਤੁਹਾਨੂੰ ਬੜੀ ਚਿਰਾਂ ਬਾਅਦ ਦੇਖਿਆ ਜੀ। ਹਾਂਜੀ ਹਾਂਜੀ, ਤੁਸੀਂ ਕੀ ਸੁਨੇਹਾ ਕੀ ਦੇਣਾ ਚਾਹੁੰਦੇ ਹੋ, ਦੱਸੋ।
ਹੈਲੋ, ਤੁਹਾਡੀ ਆਵਾਜ਼ ਕੱਟ ਰਹੀ ਹੈ। ਹੈਲੋ, ਤੁਹਾਨੂੰ ਵੈਲਕਮ ਕੀਤਾ ਜੀ ਬਹੁਤ, ਤੁਸੀਂ ਜੱਟ ਪੰਜਾਬੀ ਤੇ ਆਏ ਹੋ ਜੀ। ਠੀਕ ਹੈ, ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ। ਹੈਲੋ ਹੈਲੋ ਹਾਂਜੀ ਅੰਕਲ ਜੀ, ਸਤਿ ਸ੍ਰੀ ਅਕਾਲ। ਤੁਹਾਡੇ ਵਿਚਾਰ ਇੰਨੇ ਸੋਹਣੇ ਲੱਗ ਰਹੇ ਨੇ ਤੇ ਇੰਨਾ ਕਿ ਚੰਗਾ ਲੱਗ ਰਿਹਾ ਕਿ ਦਿਲ ਕਰਦਾ ਕਿ ਤੁਹਾਡੇ ਵਿਚਾਰ ਸੁਣੇ ਜਾਈਏ। ਜੀ ਜੀ, ਕੌਣ ਬੋਲ ਰਹੇ ਵੀਰ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਨਿਊਯਾਰਕ ਤੋਂ ਬੋਲ ਰਿਹਾ ਹੈਗਾ। ਸ਼ੁਭ ਨਾਮ ਤੁਹਾਡਾ? ਬਲਵਿੰਦਰ ਸਿੰਘ ਜੀ ਮੇਰਾ ਨਾਮ ਹੈਗਾ ਜੀ। ਠੀਕ ਹੈ ਜੀ, ਜੀ ਆਇਆਂ ਨੂੰ, ਬਹੁਤ ਮਿਹਰਬਾਨੀ। ਤੁਸੀਂ, ਮੈਂ ਕਹਿੰਦਾ ਕਿ ਜਸ ਪੰਜਾਬੀ ਦਾ ਮੈਂ ਬਹੁਤ ਬਹੁਤ ਸ਼ੁਕਰਦਾ ਕਰਨਾ ਹੈਗਾ ਕਿ ਜਦ ਕਿ ਤੁਹਾਡੇ ਵਰਗੇ ਸੁਜੂਕੇ ਆਦਮੀ ਜਿਹੜੇ ਇੱਥੇ ਸੋਹਣੇ ਸੋਹਣੇ ਵਿਚਾਰ ਪੇਸ਼ ਕਰ ਰਹੇ ਨੇ। ਬੜੀ ਖੁਸ਼ੀ ਵਾਲੀ ਗੱਲ ਹੈ ਕਿ ਜਦ ਕਿ ਤੁਸੀਂ ਇੰਨਾ ਸੋਹਣੇ ਸੋਹਣੇ ਵਿਚਾਰ ਤੇ ਇੰਨੀ ਸੁਜੂਕੀਆਂ ਗੱਲਾਂ ਕਰ ਰਹੇ ਹੋ। ਅਸੀਂ ਬਹੁਤ ਖੁਸ਼ ਹਾਂ ਜੀ। ਬਸ ਇੱਕ ਗੱਲ ਹੋਰ ਕਹਿ ਦਿਓ, ਇਹ ਗੈਟ ਪੰਜਾਬੀ ਹੈ, ਇਹ ਜਿਹੜਾ ਪ੍ਰੋਗਰਾਮ ਹੈ ਗੈਟ ਪੰਜਾਬੀ ਦੇ ਉੱਤੇ ਆ ਰਿਹਾ। ਹਾਂਜੀ ਗੈਟ ਪੰਜਾਬੀ, ਜੀ ਮਿਹਰਬਾਨੀ ਤੁਹਾਡੀ। ਹਾਂਜੀ ਚਲੋ, ਮੈਂ ਫੋਨ ਦੇਖਣ ਡਿਆ ਤੇ ਮੈਂ ਦੇਖਿਆ ਤੇ ਤੁਹਾਡੇ ਵਿਚਾਰ ਸੁਣ ਲਿਆ। ਮੈਂ ਇੰਨਾ ਕਿ ਰੁੱਝ ਗਿਆ ਤੁਹਾਡੇ ਵਿਚਾਰਾਂ ਦੇ ਵਿੱਚ ਕਿ ਮੈਨੂੰ ਪਤਾ ਵੀ ਨਹੀਂ ਸੀ ਕਿ ਜਨ ਕੇ ਦੂਸਰਾ ਬਹੁਤ ਸੋਹਣੇ ਵਿਚਾਰ ਸੀ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ, ਸਤਿ ਸ਼੍ਰੀ ਅਕਾਲ। ਹੈਲੋ ਹੈਲੋ ਹਾਂਜੀ, ਕੌਣ ਬੋਲ ਰਹੇ ਸੀ? ਹਾਂਜੀ ਜਸਵਿੰਦਰ ਸਿੰਘ ਬੋਲ ਰਿਹਾ। ਹਾਂਜੀ ਦੱਸੋ ਵੀਰ ਜੀ। ਹਾਂਜੀ, ਮੈਂ ਅੱਜ ਪਹਿਲੀ ਵਾਰੀ ਤੁਹਾਡਾ ਪ੍ਰੋਗਰਾਮ ਦੇਖਿਆ, ਟੋਰਾਂਟੋ ਤੋਂ ਬੋਲਦਾ ਜੀ। ਬਹੁਤ ਵਧੀਆ ਲੱਗਿਆ। ਹਾਂਜੀ, ਤੇ ਬਹੁਤ ਗਿਆਨ ਵਾਲੀ ਗੱਲਾਂ ਤੁਸੀਂ ਦੱਸ ਰਹੇ ਹੋ। ਜੀ 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 ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਹੈਲੋ 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 ਹਾਂਜੀ, ਕੌਣ ਬੋਲ ਰਹੇ ਜੀ? ਮੈਂ ਸਰਬਜੀਤ ਬੋਲਦੀ ਹਾਂ। ਤੁਸੀਂ ਗੈਟ ਪੰਜਾਬੀ ਤੋਂ ਬੋਲਦੇ ਹੋ? ਹਾਂਜੀ, ਗੈਟ ਪੰਜਾਬੀ ਤੋਂ ਮੈਂ ਬੋਲ ਰਿਹਾ ਜੀ, ਗੁਰਚਰਨਜੀਤ ਸਿੰਘ। ਅੱਛਾ ਜੀ। ਹਾਂਜੀ ਦੱਸੋ ਭੈਣ ਜੀ। ਬਸ ਮੈਂ ਤੁਹਾਡਾ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਹਾਂਜੀ, ਤੁਸੀਂ ਟੀਵੀ ਦੀ ਆਵਾਜ਼ ਬੰਦ ਕਰ ਦਿਓ, ਅੱਛਾ ਫਿਰ ਤੁਹਾਡੀ ਆਵਾਜ਼ ਆ ਜਾਏਗੀ ਜੀ। ਜਿਹਨੇ ਵੀ ਦਰਸ਼ਕ ਹੈ, ਟੀਵੀ ਦੀ ਆਵਾਜ਼ ਬੰਦ ਕਰਕੇ ਫੋਨ ਕਰੋ ਜੀ। ਅੱਛਾ ਜੀ, ਮੈਂ ਤੁਹਾਡਾ ਪ੍ਰੋਗਰਾਮ ਵੀਰ ਜੀ ਵੇਖ ਰਹੀ ਸੀ ਤੇ ਬਹੁਤ ਵਧੀਆ ਪ੍ਰੋਗਰਾਮ ਤੁਹਾਡਾ। ਇਹੋ ਜਿਹਾ ਪ੍ਰੋਗਰਾਮ ਦਿੰਦੇ ਰਿਹਾ ਕਰੋ, ਜੀ ਕਰਦਾ ਇਹ ਵੇਖੀ ਜਾਈਏ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ ਹੈਲੋ ਹਾਂਜੀ, ਤੁਸੀਂ ਟੀਵੀ ਦੀ ਆਵਾਜ਼ ਬੰਦ ਕਰਕੇ ਅਗਰ ਗੱਲ ਕਰੋਗੇ ਤੇ ਤੁਹਾਡੀ ਗੱਲ ਸਾਡੇ ਤੱਕ ਔਰ ਸਾਰਿਆਂ ਤੱਕ ਪਹੁੰਚੇਗੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਲੰਬਾ ਜੀ, ਮੈਂ ਸੁਖਪ੍ਰੀਤ ਬੋਲ ਰਹੀ ਹਾਂ ਜੀ, ਇੰਡੀਆਨਾ ਤੋਂ। ਹਾਂਜੀ ਹਾਂਜੀ ਭੈਣ ਜੀ। ਪਹਿਲਾਂ ਤਾਂ ਜੀ ਆਪ ਜੀ ਦਾ ਜਦੋਂ ਪ੍ਰੋਗਰਾਮ ਸ਼ੁਰੂ ਹੁੰਦਾ, ਆਪ ਜੀ ਦਰਸ਼ਨ ਕਰਕੇ ਹੀ ਬੜੇ ਨਿਹਾਲ ਹੋ ਜਾਈਦਾ ਤੇ ਬੜਾ ਸੋਹਣੇ ਆਪ ਜੀ ਦੇ ਵਿਚਾਰ ਸਨ। ਜੋ ਵੀ ਆਪ ਜੀ ਨੇ ਗੁਰਬਾਣੀ ਦੇ ਪਰਥਾਏ ਸਾਰੀ ਸਿੱਖਿਆ ਦਿੱਤੀ ਜੀ। ਸਤਿਗੁਰੂ ਜੀ ਕਹਿੰਦੇ ਹਨ, ਮਨ ਲੋਚੇ ਬੁਰਾਈਆਂ ਗੁਰ ਸ਼ਬਦੀ ਇਹ ਮਨ ਹੋੜੀਏ। ਬਿਲਕੁਲ ਗੁਰ ਸ਼ਬਦ ਦੇ ਨਾਲ ਕਿਸ ਤਰ੍ਹਾਂ ਆਪਣੇ ਮਨ ਨੂੰ ਹੋੜਨਾ ਹੈ ਤੇ ਕਿਸ ਤਰ੍ਹਾਂ ਉਹਨੂੰ ਉਸ ਪਾਸੇ ਲਾਉਣਾ ਆ। ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਜੀ ਹਮੇਸ਼ਾ ਆਉਂਦੇ ਰਹਿਣ ਤੇ ਆਈ ਬਲੀਵ ਕਿ ਜੇ ਬੱਚੇ ਵੀ ਇਸ ਵੇਲੇ ਬੈਠ ਕੇ ਸਾਰਾ ਆਪ ਜੀ ਦਾ ਪ੍ਰੋਗਰਾਮ ਦੇਖ ਰਹੇ ਹੁੰਦੇ ਆ ਜੀ, ਤੇ ਮੈਨੂੰ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਬੁਰਾਈਆਂ ਜੋ ਚੱਲ ਰਹੀਆਂ ਨੇ ਸੰਸਾਰ ਦੇ ਵਿੱਚ, ਉਹ ਸਿਰਫ ਗੁਰਬਾਣੀ ਹੀ ਹੈ ਜਿਹਦੇ ਨਾਲ ਠੱਲ ਪਾਈ ਜਾ ਸਕਦੀ ਹੈ ਜੀ। ਤੇ ਆਪ ਜੀ ਦੀ ਮਤਲਬ ਕੋਈ ਵਰਡ ਨਹੀਂ ਜਿਹਦੇ ਨਾਲ ਆਪ ਜੀ ਦੀ ਪ੍ਰੇਜ਼ ਕੀਤੀ ਜਾ ਸਕੇ, ਜੋ ਆਪ ਜੀ ਪ੍ਰੋਗਰਾਮ ਕਰਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭੈਣ ਜੀ। ਅਸੀਂ ਇਹਦੇ 'ਚੋਂ ਕੁਝ ਲੈ ਸਕੀਏ, ਕਿਉਂਕਿ ਜੇਕਰ ਇਮਾਨਦਾਰੀ ਨਾਲ ਕਿਹਾ ਜਾਏ ਕਿ ਜਿੰਨੇ ਵੀ ਅਸੀਂ ਜੀਵ ਹਾਂ, ਇਹਨਾਂ ਚੀਜ਼ਾਂ ਤੋਂ ਬਾਹਰ ਨਹੀਂ। ਸੋ ਦਰਅਸਲ ਇਹ ਜੋ ਪ੍ਰੋਗਰਾਮ ਹੈ, ਜੋ ਮੈਂ ਕਹਿ ਰਿਹਾ, ਮੈਂ ਤੁਹਾਨੂੰ ਨਹੀਂ ਕਹਿ ਰਿਹਾ, ਸਹੀ ਗੱਲ ਹੈ, ਮੈਂ ਆਪਣੇ ਆਪ ਨੂੰ ਕਹਿ ਰਿਹਾ ਹਾਂ। ਮੈਂ ਆਪਣੇ ਆਪ ਨੂੰ ਮੁਖਾਤਬ ਹੋ ਕੇ ਇਹ ਆਪਣੇ ਮਨ ਨੂੰ ਝੰਜੋੜਨ ਦੀ ਕੋਸ਼ਿਸ਼ ਕਰ ਰਿਹਾ। ਬਹੁਤ ਬਹੁਤ ਧੰਨਵਾਦ। ਹੈਲੋ 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 ਹਾਂਜੀ, ਕੌਣ ਬੋਲ ਰਹੇ? ਮੈਂ ਅਮਰੀਕ ਸਿੰਘ ਸਚਦੇਵਾ ਬੋਲ ਰਿਹਾ। ਹਾਂਜੀ ਸਚਦੇਵਾ ਸਾਹਿਬ, ਜੀ ਆਇਆਂ ਨੂੰ। ਠੀਕ ਠਾਕ ਜੀ। ਹਾਂਜੀ ਸਰ ਜੀ, ਤੁਹਾਡੀ ਪਹਿਲੇ ਤੇ ਤੁਸੀਂ ਵਧਾਈ ਦੇ ਪਾਤਰ ਹੋ। ਤੁਸੀਂ ਗੈਟ ਪੰਜਾਬੀ ਤੇ ਵੀ ਆਏ ਹੋ, ਜਸ ਪੰਜਾਬੀ ਤੇ ਵੀ ਤੁਹਾਨੂੰ ਸੁਣਦੇ ਰਹਿੰਦੇ ਆ ਜੀ। ਤੇ ਤੁਸੀਂ ਗੁਰਬਾਣੀ ਦਾ ਗਿਆਨ, ਹੋਰ ਜਾਣਕਾਰੀ ਜਿਹੜੀ ਵੀ ਰੱਖਦੇ ਹੋ, ਉਹਦੇ ਵਿੱਚ ਵਧੀਆ ਤੁਹਾਡੀ ਪਹੁੰਚ ਹੁੰਦੀ ਹੈ, ਪਕੜ ਹੁੰਦੀ ਹੈ, ਔਰ ਤੁਸੀਂ ਵਧੀਆ ਰਸਤਾ ਦੱਸਦੇ ਹੋ। ਪਹਿਲੇ ਇਸ ਲਈ ਤੁਹਾਨੂੰ ਮੁਬਾਰਕਬਾਦ।
ਬਹੁਤ ਬਹੁਤ ਧੰਨਵਾਦ, ਬਹੁਤ ਖੁਸ਼ੀ ਹੁੰਦੀ ਹੈ। ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ। ਦੂਸਰਾ ਇੱਕ ਜਵਾਬ ਦਿਓ, ਇਹ ਜਿਹੜਾ ਅੱਜ ਦੀ ਖਬਰ ਤੁਸੀਂ ਵੀ ਸੁਣੀ ਹੋਣੀ ਹੈ ਕਿ ਅਕਾਲ ਤਖਤ ਸਾਹਿਬ ਲਈ ਇੱਕ ਨਵੀਂ ਕਮੇਟੀ ਬਣੀ ਹੈ। ਅੱਛਾ, ਉਹਦੇ ਬਾਰੇ ਕੋਈ ਵਿਚਾਰ ਦੱਸੋਗੇ ਤੁਸੀਂ? ਵੀ ਇਹ ਮੇਰੇ ਖਿਆਲ ਤਾਂ ਕਾਮਯਾਬ ਨਹੀਂ ਹੋਣ ਲੱਗੀ। ਕਿਹੜੀ ਕਮੇਟੀ ਬਣੀ ਹੈ? ਅੱਜ ਕੋਈ ਕਮੇਟੀ ਦਾ ਐਲਾਨ ਹੋਇਆ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਇੱਕ ਗੱਲ ਯਾਦ ਰੱਖਣਾ, ਇੱਕ ਗੁਰੂ ਗ੍ਰੰਥ ਹੈ, ਇੱਕ ਪੰਥ ਹੈ। ਨਾ ਕੋਈ ਹੋਰ ਪੰਥ ਬਣ ਸਕਦਾ ਹੈ, ਨਾ ਗ੍ਰੰਥ ਬਣ ਸਕਦਾ ਹੈ। ਉਹ ਜਿਹੜੇ ਹੈਗੇ ਆ, ਸੋ ਚੱਖ ਮਾਰਤ ਰਹੇ ਕੁਪੱਤੇ, ਐਸੇ ਕਈ ਆਣਗੇ ਦੁਖਤ ਕਰਨ ਗੰਦ ਲਈ ਕਾਖੇ। ਸੰਗਤ ਦੇ ਵਿੱਚ ਦੁਬਦਾ ਪਾਉਣ ਲਈ ਗੰਦ ਦਾ ਟੋਕਰਾ ਰੱਖਣਗੇ। ਗੁਰੂ ਗ੍ਰੰਥ ਤੇ ਗੁਰੂ ਪੰਥ ਜਿਹੜਾ ਸਦੀਵੀ ਹੈ। ਬਹੁਤ ਬਹੁਤ ਧੰਨਵਾਦ। ਹੈਲੋ ਹੈਲੋ, ਹਾਂਜੀ, ਕੌਣ ਬੋਲ ਰਹੇ ਜੀ? ਹੈਲੋ, ਹਾਂਜੀ, ਹੈਲੋ। ਸੋ ਸਮਾਂ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ। ਅਸੀਂ ਆਪਣੇ ਅਖੀਰਲੇ ਪੜਾਅ ਵੱਲ ਵੱਧ ਰਹੇ ਹਾਂ ਔਰ ਇਸ ਵਕਫੇ ਦੇ ਬਾਅਦ ਤੁਹਾਡੀਆਂ ਕਾਲਸ, ਤੁਹਾਡੇ ਵਿਚਾਰ, ਔਰ ਅਸੀਂ ਇਸ ਗੱਲ ਨੂੰ ਅੱਜ ਜੋ ਆਪ ਨਾਲ ਇਤਨਾ ਗੰਭੀਰ ਵਿਸ਼ਾ ਹੈ ਉਹ ਲੈ ਕੇ ਆਏ ਹਾਂ, ਅਸੀਂ ਇਸ ਦੇ ਵਿੱਚੋਂ ਕੁਝ ਹਾਸਲ ਕਰ ਸਕੀਏ। ਸੋ ਸਾਡੀ ਕੋਸ਼ਿਸ਼ ਹੈ। ਇੱਕ ਛੋਟਾ ਜਿਹਾ ਬ੍ਰੇਕ, ਉਹਦੇ ਬਾਅਦ ਮੁੜ ਹਾਜ਼ਰ। Preet Furniture of Punjab Nawa Shahar proudly announces their brand new showroom grand opening on Atlantic Avenue, Queens on January 23rd. Come and see variety of furniture for living room, dining room, bedroom, kids room, office furniture and more. Buy ready-made or custom-made, Preet Furniture can do it all. 23 January ਨੂੰ ਸਾਰੇ ਪਹੁੰਚੋ ਤੇ ਆਪਣੀ ਪਸੰਦ ਦਾ ਫਰਨੀਚਰ ਖਰੀਦੋ। ਬਲਵਿੰਦਰ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 7188494530 or 9177748566. Preet Furniture. আমি তোমাকে ভালোবাসি। तेरा नाम तयोनिया तुम पास आए यूं मुस्कुराए तेरी न जाने क्या सपने दिखाए। 25 साल से यहाँ पे चार मीनार में बैठे हुआ हूँ, वो अंग्रेज आके मेरा कुर्ता फाड़ते रहे। माँ की किरकिरी। गेट पंजाबी जिंदाबाद। ਝਲਕ ਪਰਦੇਸਾਂ ਦੀ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਸ਼ਾਮੀ 7:30 ਵਜੇ ਸਿਰਫ ਗੈਟ ਪੰਜਾਬੀ ਤੇ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਦਾ ਬ੍ਰੇਕ ਦੇ ਬਾਅਦ ਨਿੱਘਾ ਸਵਾਗਤ ਹੈ। ਹਰ ਬਿਮਾਰੀ ਦਾ ਇੱਕੋ ਇਲਾਜ ਨਹੀਂ ਹੁੰਦਾ, ਹਰ ਮਰੀਜ਼ ਦਾ ਇੱਕੋ ਇਲਾਜ ਨਹੀਂ ਹੁੰਦਾ। ਜਿਹੜੇ ਧਾਰਮਿਕ ਵਿਅਕਤੀ ਹਨ ਉਹਨਾਂ ਨੂੰ ਧਰਮ ਦੀ ਗੱਲ ਛੇਤੀ ਸਮਝ ਆ ਜਾਏਗੀ, ਪਰ ਜਿਹੜੇ ਦੁਸ਼ਟ ਹਨ ਉਹਨਾਂ ਦੇ ਲਈ ਤਾਂ ਗੁਰੂ ਸਾਹਿਬ ਨੇ ਕਿਹਾ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰੀਨ। ਬਿਦਾਰਨਾ ਮੈਨੇ ਹੁੰਦਾ ਹੈ ਪੇਟ ਫਾੜ ਦੇਣਾ। ਉਹਨਾਂ ਲਈ ਉਹ ਚੀਜ਼ ਵਰਤੀ ਗਈ ਜੋ ਕਾਰ ਅਜ਼ਮਾ ਹੀਲ ਤੇ ਦਰਗੁਜ਼ਸ਼ਤ। ਹਰ ਵਿਅਕਤੀ ਨੂੰ ਕੇਵਲ ਉਪਦੇਸ਼ ਦੇ ਕੇ ਨਹੀਂ ਸਮਝਾਇਆ ਜਾ ਸਕਦਾ। ਜੇਕਰ ਇਹ ਗੱਲ ਹੁੰਦੀ ਤਾਂ ਫਿਰ ਗੁਰੂ ਸਾਹਿਬ ਨੂੰ ਉਹ ਖੰਡਾ ਨਾ ਖੜਕਾਣਾ ਪੈਂਦਾ। ਇਸ ਦੇ ਵਿੱਚ ਇਸ ਮਸਲੇ ਨੂੰ ਹੱਲ ਕਰਨ ਲਈ ਇੱਕ ਹੋਰ ਤਰੀਕਾ ਜਿਹੜਾ ਵਰਤਿਆ ਗਿਆ, 28 ਮਾਰਚ 2003 ਨੂੰ ਆਨੰਦਪੁਰ ਸਾਹਿਬ ਦੇ ਰੇਲਵੇ ਸਟੇਸ਼ਨ ਦੇ ਉੱਤੇ ਰਾਤ ਨੂੰ ਅੱਧੀ ਰਾਤ ਨੂੰ ਦੋ ਲੜਕੀਆਂ ਤੇਜਿੰਦਰ ਕੌਰ ਤੇ ਜਸਵੀਰ ਕੌਰ, ਇਹ ਅੰਮ੍ਰਿਤਧਾਰੀ ਲੜਕੀਆਂ ਸਟੇਸ਼ਨ ਤੇ ਆਪਣੀ ਮਾਤਾ ਨੂੰ ਲੈਣ ਲਈ ਗਈਆਂ। ਸਟੇਸ਼ਨ ਮਾਸਟਰ ਨੇ ਬਦਨੀਤੀ ਦੇ ਨਾਲ ਇਹਨਾਂ ਦੇ ਉੱਤੇ ਹੱਥ ਪਾਉਣ ਦੀ ਕੋਸ਼ਿਸ਼ ਕੀਤੀ। ਇਹ ਲੜਕੀਆਂ ਨੇ ਆਪਣੀ ਕਿਰਪਾਨ ਕੱਢ ਕੇ ਉਸ ਦੇ ਉੱਤੇ ਹਮਲਾ ਕਰ ਦਿੱਤਾ, ਪਰ ਉਹ ਤਿੰਨ ਸਨ। ਉਹਨਾਂ ਨੇ ਇੱਕ ਦੇ ਉੱਤੇ ਇਹਨਾਂ ਦੀ ਕਿਰਪਾਨ ਖੋਲੀ, ਇਹਨਾਂ ਦੇ ਉੱਤੇ ਵਾਰ ਕੀਤਾ, ਪਰ ਦੂਸਰੀ ਦੇ ਕੋਲ ਕਿਰਪਾਨ ਸੀ, ਉਸਨੇ ਫਿਰ ਉਹਨਾਂ ਦੇ ਉੱਤੇ ਹਮਲਾ ਕੀਤਾ। ਬਾਅਦ ਵਿੱਚ ਉਹ ਬੰਦੇ ਸਾਰੇ ਪਕੜੇ ਗਏ, ਜਿਨ੍ਹਾਂ 'ਚੋਂ ਇੱਕ ਸਟੇਸ਼ਨ ਮਾਸਟਰ ਸੀ ਔਰ ਹੋਰ ਸੀ। ਗੁਰੂ ਸਾਹਿਬ ਨੇ ਜਿਹੜਾ ਇਹ ਵੀ ਢੰਗ ਦੱਸਿਆ ਹੈ, ਔਰ ਜਿਹੜੀ ਸਿੰਘ ਸਾਹਿਬ ਜਥੇਦਾਰ ਗੁਰਬਚਨ ਸਿੰਘ ਜੀ ਨੇ ਵੀ ਕਿਹਾ ਹੈ, ਜਿਹੜਾ ਹੱਕ ਤੁਹਾਨੂੰ ਮਿਲਿਆ ਹੋਇਆ ਹੈ ਆਪਣੇ ਆਪ ਨੂੰ ਸ਼ਸਤਰਧਾਰੀ ਵੀ ਕਰੋ। ਜਿਹੜੇ ਬੱਚੇ ਔਰ ਬੱਚੀਆਂ ਅਗਰ ਅੰਮ੍ਰਿਤਧਾਰੀ ਹੋ ਜਾਂਦੇ ਹਨ, ਇਹ ਜੋ ਹੱਕ ਹੈ
ਸ਼ਸਤਰਧਾਰੀ ਹੋਣ ਦਾ ਇਹ ਵੀ ਇੱਕ ਕਿਸਮ ਨਾਲ ਸਹਾਈ ਹੋ ਸਕਦਾ ਹੈ ਕਿ ਜਿਹੜਾ ਗੁਰੂ ਸਾਹਿਬ ਨੇ ਕਿਹਾ ਦੁਸ਼ਟ ਨੂੰ ਜੁੱਤੀ ਦੀ ਨੋਕ ਨਾਲ ਵੀ ਦਬਾਇਆ ਜਾ ਸਕਦਾ ਹੈ। ਸੋ ਇਹ ਤਾਂ ਇੱਕ ਵੱਖਰਾ ਤਰੀਕਾ ਸੀ, ਇੱਕ ਹੋਰ ਢੰਗ ਸੀ ਜਿਹੜਾ ਕਿ ਵਰਤਿਆ ਜਾ ਸਕਦਾ ਹੈ। ਪਰ ਜਿਹੜੇ ਮਨ ਸਮਝਣ ਵਾਲੇ ਹਨ ਉਹਨਾਂ ਨੂੰ ਗੁਰਮਤ ਦੇ ਉਪਦੇਸ਼ ਦੇ ਨਾਲ ਵੀ ਕੀਲਿਆ ਜਾ ਸਕਦਾ ਹੈ। ਸੋ ਤੁਹਾਡੀਆਂ ਕਾਲਸ ਅਸੀਂ ਲੈਂਦੇ ਹਾਂ, ਤੁਹਾਡੇ ਇਹਨਾਂ ਬਾਰੇ ਕੀ ਵਿਚਾਰ ਹਨ? ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਫਿਰ ਇੱਕ ਵਾਰ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਾਂਗਾ, ਤੁਹਾਡੀਆਂ ਕਾਲਸ ਆਉਂਦੀਆਂ ਪਰ ਤੁਹਾਡਾ ਟੀਵੀ ਦੀ ਆਵਾਜ਼ ਬੰਦ ਨਾ ਹੋਣ ਕਰਕੇ ਸਾਡੇ ਤੱਕ ਆਵਾਜ਼ ਨਹੀਂ ਪਹੁੰਚਦੀ ਔਰ ਸਮਾਂ ਜ਼ਾਇਆ ਚਲਾ ਜਾਂਦਾ। ਤੁਸੀਂ ਜਿਹੜੇ ਵੀ ਕਾਲ ਕਰਦੇ ਹੋ ਫੋਨ ਟੀਵੀ ਦੀ ਆਵਾਜ਼ ਬੰਦ ਕਰਕੇ ਫੋਨ ਕਰੋ। ਜੀ ਭਾਈ ਸਾਹਿਬ ਹੁਕਮ ਕਰੋ ਜੀ, ਕੀ ਕਹਿਣਾ ਚਾਹੁੰਦੇ? ਹੈਲੋ ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਹੁਕਮ ਕਰੋ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਪ੍ਰੋਗਰਾਮ ਹੈ ਜੀ, ਤੁਸੀਂ ਵਧਾਈ ਦੇ ਪਾਤਰ ਹੋ ਜੀ। ਤੇ ਜਿਹੜਾ ਅੱਜ ਤੁਸੀਂ ਇਹ ਵਿਸ਼ਾ ਲੈ ਰਹੇ ਹੋ ਜੀ, ਜਿਹੜਾ ਇਹ ਤੁਸੀਂ ਵਿਸ਼ਾ ਲੈ ਰਹੇ ਹੋ, ਸਭ ਤੋਂ ਪਹਿਲਾਂ ਤਾਂ ਅਸੀਂ ਸਾਰੇ ਜੋਤੀ ਨੂੰ ਸ਼ਰਧਾਂਜਲੀ ਦਿੰਦੇ ਹਾਂ ਜੀ। ਹਾਂਜੀ ਜੀ। ਹੈਲੋ ਜਿਹੜਾ ਤੁਸੀਂ ਵਿਸ਼ਾ ਲੈ ਰਹੇ ਹੋ, ਸਭ ਤੋਂ ਪਹਿਲਾਂ ਤਾਂ ਅਸੀਂ ਸਾਰੇ ਜੋਤੀ ਨੂੰ ਹੈਲੋ। ਤੇ ਤੁਹਾਡਾ ਜਿਹੜਾ ਇਹ ਲੀਡਰਤਾ ਵਾਲਾ ਪ੍ਰੋਗਰਾਮ ਹੈ ਜੀ, ਤੁਹਾਨੂੰ ਲੱਖ ਲੱਖ ਵਧਾਈ। ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਸ਼ੁਕਰੀਆ, ਥੈਂਕ ਯੂ। ਹੈਲੋ ਹਾਂਜੀ ਹਾਂਜੀ, ਕੌਣ ਬੋਲ ਰਹੇ ਜੀ? ਮੈਂ ਦਰਸ਼ਨ ਸਿੰਘ ਬੋਲ ਰਿਹਾ ਫਰੀਦਕੋਟ ਤੋਂ। ਹਾਂਜੀ ਵੀਰ ਜੀ ਬੋਲੋ, ਦੱਸੋ। ਤੁਸੀਂ ਕੌਣ ਬੋਲਦੇ ਹੋ? ਮੈਂ ਗੁਰਚਰਨਜੀਤ ਸਿੰਘ ਲਾਂਬਾ ਬੋਲ ਰਿਹਾ, ਜਿਹਨੂੰ ਤੁਸੀਂ ਵੇਖ ਰਹੇ ਹੋ। ਹਾਂਜੀ ਵੇਖ ਰਿਹਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਜੀ, ਸੁਣਾਉਣ ਦੇ ਯੋਗ ਹੈ। ਅਸੀਂ ਆਸ ਕਰਦੇ ਹਾਂ ਵੀ ਤੁਸੀਂ ਇਹੋ ਜਿਹਾ ਪ੍ਰੋਗਰਾਮ ਦਿੰਦੇ ਰਹੋ ਜੀ। ਤੇ ਇੱਕ ਭਾਈ ਸਾਹਿਬ ਨੇ ਜਿਹੜੇ ਨੇ ਮੈਥੋਂ ਪਹਿਲਾਂ ਕਿਹਾ ਸੀਗਾ ਵੀ ਇੱਕ ਨਵੀਂ ਕਮੇਟੀ, ਉਹ ਆਪਾਂ ਬਾਅਦ ਵਿੱਚ ਗੱਲ ਕਰਾਂਗੇ। ਅੱਜ ਇਸ ਦੇ ਬਾਰੇ ਕੋਈ ਸਾਨੂੰ ਅਗਵਾਈ ਦੇ ਸਕੋ ਜਿਹੜਾ ਬਹੁਤ ਗੰਭੀਰ ਹੈ। ਬਾਕੀ ਮੈਂ ਤਾਂ ਉਹਦਾ ਨਾਂ ਹੀ ਦੱਸਣਾ ਵੀ ਉਹ ਪ੍ਰੋਫੈਸਰ ਦਰਸ਼ਨ ਸਿੰਘ ਕਮੇਟੀ ਬਣਾ ਰਹੇ। ਚਲੋ ਜਿਹੜਾ ਮਰਜ਼ੀ ਹੋਏ, ਕੋਈ ਫਰਕ ਨਹੀਂ ਪੈਂਦਾ ਉਹਦੇ ਨਾਲ, ਉਹ ਕੋਈ ਗੱਲ ਨਹੀਂ। ਬੜੀ ਮਿਹਰਬਾਨੀ, ਸ਼ੁਕਰੀਆ। ਓਕੇ ਜੀ, ਸਤਿ ਸ਼੍ਰੀ ਅਕਾਲ। ਹੈਲੋ ਹੈਲੋ। ਹਾਂਜੀ, ਵਾਹਿ ਖਾਲਸਾ ਵਾਹਿ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਿਹੜਾ ਤੁਸੀਂ ਕਿਹਾ ਨਾ ਸ਼ਸਤਰ ਪਾ ਕੇ, ਉਹੀ ਆਦਮੀ ਪਾਏ ਜਿਹਨੇ ਅੰਮ੍ਰਿਤ ਛਕਣਾ ਜੀ। ਉਹਦੇ ਨਾਲ ਕੀ ਹੋਏਗੀ? ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਹੋਏਗੀ, ਉਹਦੇ ਕੋਲ ਦਲੇਰੀ ਆਏਗੀ ਜੀ। ਜੇ ਕੋਈ ਐਵੇਂ ਬੱਚੇ ਸ਼ਸਤਰ ਪਾ ਲੈਣਗੇ ਤਾਂ ਉਹਦੇ ਨਾਲ ਉਹ ਕੰਮ ਨਹੀਂ ਚੱਲੇਗਾ। ਕਿ ਉਹਦੇ ਨਾਲ ਬੈਟਰ ਹੈ ਕਿ ਜਿਹੜਾ ਵੀ ਅੰਮ੍ਰਿਤ ਛਕੇ ਉਹ ਸ਼ਸਤਰ ਪਾਏ, ਉਹਦੇ ਨਾਲ ਇਹ ਹੋਏਗਾ ਕਿ ਗੁਰੂ ਦੀ ਉਹਦੇ ਤੇ ਮਿਹਰ ਹੋਏਗੀ। ਠੀਕ ਹੈ, ਬਹੁਤ ਬਹੁਤ ਮਿਹਰ ਹੋਏਗੀ ਤਾਂ ਲੜ ਵੀ ਸਕੇਗਾ, ਸਭ ਕੋ ਉਹਦੇ ਪਾਵਰ ਵੀ ਹੋਏਗੀ। ਜੀ ਜੀ, ਜਾਂ ਮੈਂ ਗੁਰੂ ਦਾ ਅੰਮ੍ਰਿਤ ਛਕਿਆ ਔਰ ਮੇਰੇ 'ਚ ਪਾਵਰ ਹੈਗੀ। ਠੀਕ ਹੈ, ਠੀਕ ਹੈ, ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਸ਼ੁਕਰੀਆ। ਸ਼ਸਤਰ ਅੰਮ੍ਰਿਤਧਾਰੀ ਲਈ ਸ਼ਸਤਰਧਾਰੀ ਹੋਣਾ ਉਸ ਨੂੰ ਇੱਕ ਕਾਨੂੰਨੀ ਇੱਕ ਅਧਿਕਾਰ ਵੀ ਦਿੰਦਾ ਹੈ। ਬਹੁਤ ਬਹੁਤ ਧੰਨਵਾਦ। ਹੈਲੋ ਹੈਲੋ, ਹਾਂਜੀ ਤੁਸੀਂ ਲਾਈਨ ਤੇ ਹੋ, ਦੱਸੋ। ਹਾਂਜੀ, ਅਸੀਂ ਗੱਲ ਕਰ ਰਹੇ ਹਾਂ ਜੀ ਲਾਂਬਾ ਸਾਹਿਬ ਨਾਲ। ਹਾਂਜੀ ਮੈਂ ਬੋਲ ਰਿਹਾ ਜੀ, ਤੁਸੀਂ ਆਪਣੀ ਗੱਲ ਜਾਰੀ ਰੱਖੋ ਤੇ ਟੀਵੀ ਦੀ ਆਵਾਜ਼ ਬੰਦ ਕਰ ਦਿਆ ਕਰੋ ਤਾਂ ਕਿ ਸੁਨੇਹਾ ਆ ਜਾਏ। ਬੰਦ ਬਿਲਕੁਲ, ਮੇਰਾ ਟੀਵੀ ਤੇ ਨਹੀਂ ਚੱਲ ਰਿਹਾ। ਅੱਛਾ ਜੀ, ਮੈਂ ਵੈਸੇ ਪਿਕਚਰ ਵੇਖ ਰਿਹਾ, ਤੁਹਾਡੀ ਆਵਾਜ਼ ਨਹੀਂ ਆ ਰਹੀ। ਅੱਛਾ ਅੱਛਾ, ਫਿਰ ਗੁਆਂਢੀ ਦਾ ਚੱਲ ਰਿਹਾ ਹੁਣ। ਜੀ ਹੁਕਮ ਕਰੋ। ਸਾਹਿਬ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਆਪਣਾ ਅਨੰਦਪੁਰ ਸਾਹਿਬ ਚ ਦੋ ਬੀਬੀਆਂ ਵਾਲੀ ਜੀ, ਤੇ ਉਹ ਬੀਬੀਆਂ ਨੂੰ ਭਾਵੇਂ ਉਹ ਗੱਡੀ ਵੀ ਚਲਾਉਂਦੇ ਉਹਨਾਂ ਨੂੰ ਤਾਂ ਵੀ ਕੋਈ ਏਡੀ ਖਾਸ ਗੱਲ ਨਹੀਂ ਸੀ। ਹਾਂਜੀ ਹਾਂਜੀ, ਉਹਨਾਂ ਦੀ ਇੱਜ਼ਤ ਨੂੰ ਹੱਥ ਪਾਇਆ ਉਹਨਾਂ ਨੇ। ਬਿਲਕੁਲ ਬਿਲਕੁਲ। ਮੇਰੇ ਕਹਿਣ ਦਾ ਭਾਵ ਇਹ ਹੈ ਕਿ ਉਹਨਾਂ ਦੇ ਅੰਦਰ ਉਹ ਤਾਕਤ ਔਰ ਜੁਰਤ ਜਿਹੜੀ ਹੈ, ਜੇ ਹੁਣ ਉਂਝੇ ਹੁੰਦੀਆਂ ਤੇ ਸ਼ਾਇਦ ਉਹਨਾਂ ਦਾ ਵੀ ਹਸ਼ਰ ਕੀ ਹੋਣਾ ਸੀ, ਕਿਉਂਕਿ ਰਾਤ ਦੇ 11 ਵਜੇ ਉਹ ਆਪਣੀ ਮਾਤਾ ਨੂੰ ਲੈਣ ਗਈਆਂ ਸੀ। ਸੋ ਕਹਿਣ ਦਾ ਭਾਵ ਇਹੀ ਹੈ ਕਿ ਅਸੀਂ ਆਪਣੇ ਆਪ ਨੂੰ ਜਿਹੜਾ ਗੁਰੂ ਦੀ ਬਖਸ਼ਿਸ਼ ਹੈ ਬਿਲਕੁਲ ਉਹਦੇ ਨਾਲ ਨਿਵਾਜਣਾ ਹੈ
ਔਰ ਉਹ ਜਿਹੜਾ ਹੱਕ ਸਾਨੂੰ ਮਿਲਿਆ ਹੈ ਉਸ ਨੂੰ ਅਸੀਂ ਵਰਤੋਂ ਵਿੱਚ ਬਿਲਕੁਲ ਵਰਤਣਾ ਜੀ। ਬੜੀ ਮਿਹਰਬਾਨੀ। ਜਾਇਜ਼ ਵਰਤਨ ਚ ਕੋਈ ਮਤਲਬ ਮਹਾਰਾਜ ਵੀ ਮਨਾ ਨਹੀਂ ਕਰਦੇ ਜੀ। ਬਿਲਕੁਲ ਬਿਲਕੁਲ, ਬਹੁਤ 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 ਸੋਹਣਾ ਪ੍ਰੋਗਰਾਮ ਦੇ ਰਹੇ ਹੋ ਤੇ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ। ਥੈਂਕ ਯੂ, ਸ਼ੁਕਰੀਆ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈਲੋ ਹੈਲੋ, ਹਾਂਜੀ ਹਾਂਜੀ, ਦੱਸੋ ਭਾਈ ਸਾਹਿਬ। ਹੈਲੋ ਹੈਲੋ, ਹਾਂਜੀ, ਦੱਸੋ ਭਾਈ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਾਂਬਾ ਸਾਹਿਬ, ਮੈਂ ਇੱਕ ਬੇਨਤੀ ਕਰਨੀ ਸੀ। ਇਹਦੇ ਵਿੱਚ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਦਿੰਦੇ ਹੋ, ਪਰ ਮੈਂ ਇੱਕ ਬੇਨਤੀ ਇਹ ਕਰਦਾ ਹਾਂ। ਹਾਂਜੀ। ਅੱਜ ਦੇਖੋ ਦੁਨੀਆ 21ਵੀਂ ਸਦੀ ਤੇ ਚੱਲ ਗਈ ਹੈ, ਹਨਾ। ਹਾਂਜੀ। ਮੈਂ ਇਹ ਸਿੱਖ ਜਗਤ ਨੂੰ ਸੁਣਾ ਦੇਣਾ ਚਾਹੁੰਦਾ ਵਾਂ ਕਿ ਜਦੋਂ ਆਪਾਂ ਕਿਤੇ ਬਾਹਰ ਜਾਈਏ ਸੋਹਣੀ ਤਰ੍ਹਾਂ ਪੱਗ ਬੰਨੀਏ ਤੇ ਸੋਹਣੀ ਤਰ੍ਹਾਂ ਦਾੜੀ ਬੰਨੀਏ। ਦੇਖੋ ਆਪਾਂ ਅਨਸਿਵਲਾਈਜ਼ਡ ਬਣ ਕੇ ਨਾ ਬਾਹਰ ਜਾਇਆ ਕਰੀਏ। ਮੈਂ ਇਹਦੇ ਨਾਲ ਸਾਡੀ ਸਿੱਖੀ ਜਿਹੜੀ ਨਾ ਵਧਣ ਦੀ ਥਾਂ ਤੇ ਪਿਛਾਂਹ ਤੁਰੀ ਆ। ਠੀਕ ਹੈ। ਆਪਾਂ ਨੂੰ ਕੋਈ ਪਹਿਚਾਣ ਜੇ ਆਪਣੀ ਬਣਾਉਣੀ ਹੈ ਤੇ ਆਪਾਂ ਸੋਹਣੀ ਪਹਿਚਾਣ ਦਈਏ। ਕੋਈ ਜ਼ਰੂਰੀ ਗੁਰੂ ਗੋਬਿੰਦ ਸਿੰਘ ਨੇ ਕਿਤੇ ਨਹੀਂ ਕਿਹਾ ਵੀ ਦਾੜੀ ਖੁੱਲੀ ਰੱਖ ਕੇ ਫਿਰੋ ਜਾਂ ਮੁੱਛ ਠਾਣ ਕਰਕੇ ਫਿਰੋ, ਤੁਹਾਡੇ 'ਚ ਨਿਮਰਤਾ ਆਵੇਗੀ। ਨਿਮਰਤਾ ਮਨ ਦੇ ਵਿੱਚ ਹੋਣੀ ਹੈ, ਮੁੱਛਾਂ 'ਚ ਨਿਮਰਤਾ ਨਹੀਂ ਹੋਣੀ। ਇਸ ਕਰਕੇ ਮੇਰੀ ਸਿੱਖ ਜਗਤ ਨੂੰ ਬੇਨਤੀ ਹੈ ਵੀ ਆਪਾਂ ਬਹੁਤ ਸੋਹਣੀ ਪਰਸਨੈਲਿਟੀ ਦਾ ਮੁਜ਼ਾਹਰਾ ਕਰਿਆ ਕਰੀਏ। ਜਦੋਂ ਬਾਹਰ ਜਾਈਏ ਸੋਹਣੀ ਪੱਗ, ਸੋਹਣੀ ਤਰ੍ਹਾਂ ਦਾੜੀ, ਚੰਗੀ ਤਰ੍ਹਾਂ ਮੁੱਛਾਂ ਵਧੀਆ ਬਣਾ ਕੇ ਫਿਰ ਆਪਾਂ। ਬਹੁਤ ਬਹੁਤ ਮਿਹਰਬਾਨੀ। ਪੁਰਾਣੇ ਸਿੰਘਾਂ ਦਾ ਕੁੰਡੇ, ਮੁੱਛਾਂ, ਸਿੱਧੇ ਸੂਧੇ ਦਾੜੇ, ਇਹ ਇੱਕੋ ਰੂਪ ਸੀਗਾ। ਤਾਂ ਹੀ ਕਰਕੇ ਪੂਰਨ ਸਿੰਘ ਨੇ ਕਿਹਾ ਸੀ ਕਿ ਇਹ ਸਰੀਰ ਹਰਮੰਦਰ ਹੈ, ਇਹ ਸਰੀਰ ਰੱਜਿਆ ਕੱਜਿਆ ਤੇ ਸੱਜਿਆ ਰਹਿਣਾ ਚਾਹੀਦਾ। ਬਹੁਤ ਬਹੁਤ ਧੰਨਵਾਦ ਤੁਹਾਡਾ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਸੈਕਰਮੈਂਟੋ ਬੋਲਦਾ। ਹਾਂਜੀ ਦੱਸੋ ਜੀ, ਹੁਕਮ ਕਰੋ। ਹੁਕਮ ਕਰਦੇ ਹੀ ਅਰਦਾਸ ਕਰ ਸਕਦੇ ਕੀ ਕਹਿੰਦੇ ਹੁੰਦੇ ਆ ਬਜ਼ੁਰਗਾਂ ਮੁਰੇ। ਤੁਸੀਂ ਸਾਡੇ ਬਜ਼ੁਰਗ ਵਰਗੇ ਹੋ, ਅੱਜ ਤਾਂ ਬੱਚੇ ਆ। ਹਾਂਜੀ ਦੱਸੋ। ਸੁਣ ਰਿਹਾ ਸੀ, ਬਹੁਤ ਚੰਗਾ ਲੱਗਿਆ। ਐਕਚੁਅਲੀ ਕਈ ਦੂਜੇ ਚੈਨਲਾਂ ਤੇ ਵੀ ਦੇਖਦੇ ਆ, PTC ਤੇ ਵੀ ਜੀ, ਦੂਜੇ ਸਾਰੇ ਪ੍ਰੋਗਰਾਮ ਸੁਣਦੇ ਲਾਈਵ ਚੱਲਦੇ ਨੇ ਜੀ। ਤੇ ਐਕਚੁਅਲੀ ਮੈਨੂੰ ਇਹ ਨਹੀਂ ਪਤਾ ਵੀ ਜਿਹੜਾ ਗੈਟ ਪ੍ਰੋ ਇਹ ਚੈਨਲ ਕਿਹਨੂੰ ਬਿਲੋਂਗ ਕਰਦਾ। ਐਕਚੁਅਲੀ ਇਹ ਤੁਹਾਨੂੰ ਬਿਲੋਂਗ ਕਰਦਾ, ਮੈਂ ਯਕੀਨ ਦਵਾਨਾ। ਇਹ ਤੁਹਾਨੂੰ ਬਿਲੋਂਗ ਕਰਦਾ, ਬਿਲੋਂਗ ਕਰਦਾ ਹੁੰਦਾ ਸਾਰੇ ਸਰੋਤਿਆਂ ਨੂੰ ਜੀ। ਤੇ ਉਹਦੇ ਵਿੱਚ ਯੋਗਦਾਨ ਕੀ ਕਹਿੰਦੇ ਆ, ਸਰੋਤਿਆਂ ਦਾ ਹੀ ਹੁੰਦਾ ਜ਼ਿਆਦਾ ਜੀ, ਜਿਹੜੇ ਤੁਹਾਨੂੰ ਸੁਣਦੇ ਆ ਸੱਚ। ਠੀਕ ਹੈ, ਠੀਕ ਹੈ। ਤੇ ਉਹਦੇ ਨਾਲ ਹੀ ਚੈਨਲ ਚੱਲਦੇ ਨੇ ਜੀ। ਬਈ ਉਹਦੇ ਵਿੱਚ ਗੁਰਬਾਣੀ ਵੀ ਬਹੁਤ ਵਧੀਆ ਤੇ ਬਾਕੀ ਜਿਵੇਂ ਅੱਜ ਗੱਲ ਕੀਤੀ ਆ, ਦੂਜੇ ਚੈਨਲਾਂ ਤੇ ਵੀ ਗੱਲ ਕਰਦੇ ਆ ਕਈ ਵਾਰੀ, ਪਰ ਕਦੇ ਮੈਂ ਕਿਸੇ ਕਾਲ ਨਹੀਂ ਕੀਤੀ। ਮੈਨੂੰ ਪਤਾ PTC ਬਾਦਲ ਸਾਹਿਬ ਉਹਨਾਂ ਦੇ ਸਾਰੇ ਉਹ ਦੂਜੇ ਵੀ ਨੇ। ਚਲੋ, ਬੜੀ ਮਿਹਰਬਾਨੀ ਤੁਹਾਡੀ। ਸਾਡਾ ਸਮਾਂ ਸਾਨੂੰ ਇਜਾਜ਼ਤ ਨਹੀਂ ਦਿੰਦਾ। ਅਖੀਰ ਦੇ ਵਿੱਚ ਮੈਂ ਦੋ ਗੱਲਾਂ ਕਹਿਣੀਆਂ ਚਾਹਾਂਗਾ। ਸਿੱਖ ਦਾ ਕਿਰਦਾਰ ਜਿਹੜਾ ਗੁਰੂ ਨਾਨਕ ਸਾਹਿਬ ਨੇ ਜੋ ਇਸ ਨੂੰ ਚਿਤਵਿਆ ਸੀ, ਜੋ ਉਹਨਾਂ ਨੇ ਸਿਰਜਿਆ ਸੀ, ਉਹਨਾਂ ਨੇ ਨਿਰੰਕਾਰ ਦਾ ਰੂਪ ਸਿਰਜਿਆ ਸੀ। ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸਾ ਮੇਰੋ ਰੂਪ ਹੈ ਕਹਿ ਕੇ ਸਿਰਜਿਆ ਸੀ, ਨਿਵਾਜਿਆ ਸੀ, ਉਹਨਾਂ ਨੇ ਇਸ ਨੂੰ ਆਪਣਾ ਰੂਪ ਦਿੱਤਾ ਸੀ। ਔਰ ਇਸ ਰੂਪ ਦਾ ਕਿਰਦਾਰ, ਇਸ ਦਾ ਇਖਲਾਕ ਇਤਨਾ ਬੁਲੰਦ ਸੀ। ਕਾਜ਼ੀ ਨੂਰ ਮੁਹੰਮਦ ਨੇ ਜਦੋਂ ਇਤਿਹਾਸ ਲਿਖਿਆ, ਉਹ ਸਿੱਖਾਂ ਨੂੰ ਸੱਗ ਕਰਕੇ ਲਿਖਦਾ ਹੈ, ਕੁੱਤੇ ਕਰਕੇ ਲਿਖਦਾ ਹੈ। ਪਰ ਉਸ ਦੀ ਇਬਾਰਤ ਹੈ ਕਿ ਇਹਨਾਂ ਕੁੱਤਿਆਂ ਨੂੰ ਕੁੱਤੇ ਨਾ ਆਖੋ, ਇਹ ਇਖਲਾਕ ਦੇ ਬੜੇ ਬੁਲੰਦ ਹਨ। ਔਰਤ ਭਾਵੇਂ ਦੁਸ਼ਮਣ ਦੀ ਹੋਏ, ਔਰਤ ਦੇ ਉੱਤੇ ਕਦੇ ਵਾਰ ਨਹੀਂ ਕਰਦੇ। ਔਰ ਸਭ ਤੋਂ ਵੱਡੀ ਉਹ ਗੱਲ ਕਹਿੰਦਾ ਹੈ ਕਿ ਇਹਨਾਂ ਦੇ ਸਾਹਮਣੇ ਔਰਤ ਭਾਵੇਂ ਜਵਾਨ ਹੋਏ, ਭਾਵੇਂ ਬੁੱਢੀ ਹੋਏ, ਇਹ ਉਸ ਨੂੰ ਬੁੜੀ ਕਹਿੰਦੇ ਹਨ। ਔਰ ਉਸਨੇ ਇਹਨਾਂ ਦੀ ਬਹੁਤ ਵੱਡੀ ਤਾਰੀਫ ਕੀਤੀ। ਅਖੀਰ ਦੇ ਵਿੱਚ ਡਾਕਟਰ ਹਰੀ ਰਾਮ ਗੁਪਤਾ ਜਿਹਨੇ ਹਿਸਟਰੀ ਆਫ ਦੀ ਸਿੱਖਸ, ਮੈਂ ਉਹ ਗੱਲ ਉਹਨਾਂ ਦੀ ਖਤਮ ਕਰਨਾ ਚਾਹੁੰਦਾ ਉਹਨਾਂ ਦੇ ਲਫ਼ਜ਼ਾਂ ਵਿੱਚ ਕਿ ਦਿੱਲੀ ਦੇ ਵਿੱਚ ਜਦੋਂ 18 ਵਾਰੀ ਸਿੱਖਾਂ ਨੇ ਦਿੱਲੀ ਲੁੱਟੀ, ਪਰ ਉਸ ਕਿਰਦਾਰ ਦੇ ਬਾਰੇ ਜੋ ਕੁਝ ਉਸਨੇ ਅੰਕਿਤ ਕੀਤਾ, ਉਹ ਕਹਿੰਦਾ ਹੈ ਕਿ ਜਿਹੜਾ ਇਖਲਾਕ ਦਾ ਮੁਜ਼ਾਹਰਾ ਉੱਥੇ ਸਿੱਖਾਂ ਨੇ ਕੀਤਾ, ਜਦੋਂ ਉਹਨਾਂ ਦੇ ਨਾਲ ਕੋਈ ਪਿੱਛੇ ਹੋਰ ਰੋਕਣ ਵਾਲਾ ਨਹੀਂ ਸੀ, ਉਹ ਦੁਨੀਆ ਦੇ ਇਤਿਹਾਸ ਵਿੱਚ ਕਿਧਰੇ ਨਹੀਂ ਮਿਲਦਾ। ਇਤਨੇ ਇਖਲਾਕ ਵਾਲੇ ਬੰਦੇ ਦੁਨੀਆ ਵਿੱਚ ਲੱਭਣੇ ਔਖੇ ਹਨ। ਸੋ ਸਮਾਂ ਇਜਾਜ਼ਤ ਨਹੀਂ ਦਿੰਦਾ, ਇਸ ਕਰਕੇ ਤੁਹਾਤੋਂ ਇਜਾਜ਼ਤ ਲੈਣੀ ਪੈਣੀ ਹੈ। ਸੋ ਜ਼ਰੂਰ ਇੱਕ ਹੋਰ ਪ੍ਰੋਗਰਾਮ ਲੈ ਕੇ ਮੁੜ ਹਾਜ਼ਰ ਹੋਵਾਂਗੇ। ਤੁਹਾਨੂੰ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਾ, ਤੁਸੀਂ ਇਸ ਦੇ ਵਿੱਚ ਕੀ ਚਾਹੁੰਦੇ ਹੋ, ਸਾਨੂੰ ਜ਼ਰੂਰ ਈਮੇਲ ਕਰੋ, ਸਾਨੂੰ ਜ਼ਰੂਰ ਲਿਖੋ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਚਲੋ ਠੀਕ ਹੈ।